ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਨ ਕਰਿ ਅਨੁਰਾਗ ਏਕੰਕਾਰ ਸਤ ਗੁਰੂ ਦੇਹ ਪ੍ਰਸਾਦ ਸਚ ਸ੍ਰੀ ਵਾਹਿਗੁਰੂ ਸਾਹਿਬ ਜੀ। ਹਟਿਓ ਦੂਰ ਤੇ ਸ਼ਰਧਾ ਧਾਰੀ, ਗਮਨਿਓ ਨਗਰ ਹੋਤ ਰਤ ਭਾਰੀ। ਸ਼ੁਭ ਵਿਦ ਕਰਤ ਸੰਕਲਪ ਵਿਕਲਪਾ, ਬਿਨ ਬ੍ਰਤ ਜਹ ਕੋ ਹੋਏ ਭ੍ਰਮ ਅਲਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ, ਦੋ ਜਹਾਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਤਿਨਾਂ ਦੀ ਉੱਚੀ ਤੇ ਸੁੱਚੀ ਪਵਿੱਤਰ ਗੋਦੀ ਵਿੱਚ ਬਹੁਤੇ ਚੰਗੇ ਭਾਗਾਂ ਵਾਲੇ ਸੰਗਤ ਜੀ ਆਪ ਜੀਓ, ਜਿਨ੍ਹਾਂ ਨੇ ਬੈਠਣਾ ਕੀਤਾ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਲੇ ਥੋੜ੍ਹੇ ਹੈ, ਦੁਨੀਆ ਦੀਆਂ ਗੱਲਾਂ ਸੁਣਨ ਵਾਲੇ ਜ਼ਿਆਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਹਿੰਦੇ ਨਾਮ ਤੋਂ ਬਿਨਾ ਜਿੰਨੀਆਂ ਵੀ ਗੱਲਾਂ ਆਪਾਂ ਕਰਦੇ ਸਾਧ ਸੰਗਤ ਜੀ, ਇਹ ਹੋਸ਼ੀਆਂ ਨੇ। ਹੋਸ਼ੀ ਮਤ ਭਇਆ ਮਨ ਹੋਸ਼ਾ, ਗੁੜਸਾ ਮੱਖੀ ਖਾਇਆ। ਨਾਮ ਮਰਜ਼ਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਮਹਾਰਾਜ ਕਹਿੰਦੇ ਹੋਸ਼ਾ ਬੰਦਾ ਇਸ ਤਰ੍ਹਾਂ ਹੈ ਕਿ ਜਿੱਦਾਂ ਮੱਖੀ ਹੈ, ਕਿ ਜੇ ਤੇ ਉਹਨੂੰ ਮਿੱਠਾ ਮਿਲ ਗਿਆ ਤੇ ਮਸਤ ਹੋ ਗਈ, ਨਹੀਂ ਤੇ ਉਹ ਕਿਤੇ ਟਿਕਦੀ ਨਹੀਂ। ਮੱਖੀ ਇੱਕ ਐਸੀ ਜੂਨ ਹੈ, ਤੁਸੀਂ ਨੋਟ ਕਰਿਓ, ਇਹ 5-6 ਸੈਕਿੰਡ ਤੋਂ ਵੱਧ ਇੱਕ ਥਾਂ ਤੇ ਨਹੀਂ ਬਹਿੰਦੀ, ਤੁਰੀ ਫਿਰੋਗੀ। ਤੇ ਮਹਾਰਾਜ ਨੇ ਉਦਾਹਰਨ ਕੈਸੀ ਦਿੱਤੀ, ਕਹਿੰਦੇ ਸੱਚੇ ਪਾਤਸ਼ਾਹ ਮੱਖੀ ਦੇ ਨਾਲ, ਕਹਿੰਦੇ ਹੋਸ਼ਾ ਹੋਸ਼ੀ ਮਤ ਭਇਆ ਮਨ ਹੋਸ਼ਾ, ਗੁੜ ਸਾ ਮੱਖੀ ਖਾਇਆ। ਕਹਿੰਦੇ ਇਹ ਮਨ ਇੱਦਾਂ ਦਾ ਏ ਮੱਖੀ ਵਰਗਾ, ਜਦੋਂ ਇਹਨੂੰ ਮਿੱਠਾ ਮਿਲ ਜੇ ਵਾਰ-ਵਾਰ ਉੱਥੇ ਜਾਂਦਾ। ਜਦੋਂ ਇਹਨੂੰ ਦੁਨਿਆਵੀ ਗੱਲਾਂ ਦਾ ਚਸਕਾ ਲੱਗ ਜਾਂਦਾ, ਬੁਰਿਆਂ ਕੰਮਾਂ ਦਾ, ਨਸ਼ੇ ਦਾ ਚਸਕਾ ਕਹਿ ਲਓ, ਤੇ ਉਹ ਫਿਰ ਅਮਲੀ ਜਿੱਦਾਂ ਵਾਰ-ਵਾਰ ਉੱਧਰ ਨੂੰ ਤੁਰਦਾ ਹੈ। ਇਸ ਤਰ੍ਹਾਂ ਕਰਕੇ ਮਾਰੇ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨਾਨਕ ਸੱਚ ਰਤੇ ਸੇ ਅਮਲੀ, ਜਿਨ੍ਹਾਂ ਨੂੰ ਗੁਰੂ ਦੀ ਕਥਾ ਦਾ ਅਮਲ ਲੱਗ ਗਿਆ, ਕੀਰਤਨ ਦਾ, ਉਹਨਾਂ ਨੇ ਤੋਰੀ ਪੈਣਾ। ਵੇਖਣ ਵਾਲੇ ਨੇ ਕਹਿ ਵੀ ਦੇਣਾ ਹੈ ਵੀ ਕਈਆਂ ਦੀਆਂ ਅੱਗੇ ਸੱਟਾਂ ਲੱਗ ਕੇ ਟੁੱਟੀਆਂ, ਤੁਸੀਂ ਤੜਾਉਣੀ। ਇਹ ਬੀਬੀ ਬਹਿ ਜਾ ਕਰ, ਹੈ ਨਾ, ਤੇਰੀ ਸਹੇਲੀ ਦੇ ਸੱਟ ਲੱਗ ਗਈ ਹੈ ਤੇ ਤੇਰੇ ਨਾਲ ਲੱਗ ਜੇ, ਤੇ ਤੂੰ ਹੁਣ ਰਹਿ ਪਿਆ ਕਰ, ਮੁੜ ਕੇ ਵੇਖ ਲਾ ਪਤਾ ਨਹੀਂ ਕੋਈ ਲੈਣ ਆਉਂਦਾ। ਬਾਬੇ ਨੇ ਵੀ ਨਹੀਂ ਪੁੱਛਿਆ, ਕਿਉਂਕਿ ਧੰਦੇ ਇੱਦਾਂ ਦੇ ਆ ਜੀ, ਸਾਰੇ ਪੀਸੇ ਪਏ, ਟਾਈਮ ਕਿਹਦੇ ਕੋਲ। ਕਹਿੰਦੇ ਭਾਈ ਮੁੜ ਕੇ ਨਹੀਂ ਕੋਈ ਆਉਂਦਾ ਜੇ ਪਤਾ। ਇਹ ਗੱਲ ਸਹੀ ਵੀ ਹੈ ਜੀ, ਜਦੋਂ ਬੰਦੇ ਤੇ ਦੁੱਖ ਆਉਂਦਾ ਨਾ, ਬੰਦੇ ਨੂੰ ਉਦੋਂ ਪਤਾ ਲੱਗਦਾ ਮੇਰਾ ਕੌਣ। ਪਹਿਲਾਂ ਤਾਂ ਐਂ ਲੱਗਦਾ ਵੀ ਸਾਰੇ ਮੇਰੇ ਹੀ ਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੱਜਣ ਸੱਚਾ ਪਾਤਸ਼ਾਹ ਸਿਰ। ਤੋ
इस करके महाराज कहते जिहड़ा मन होछा है जिथे इनू मिठा मिल जाता है उत्थे आउंदा ही ते वार वार उत्थे बहिंदा ही। पर जिन्हां गुरसिखां नूं गुरु नाल प्यार है ना वो फिर वार वार बाणी पढ़न नूं दिल करदा उन्हां दा। तो इस करके महाराज सच्चे पातशाह दे ये किरपा हुंदी है, दया हुंदी है जिहदे ते महाराज आप ही कर देण। सो आप संगतां ते होई आ क्योंकि तरस पिया मेहरामत होई। हाँ जी सतगुर सज्जन मिलिया। कहंदे जे मेहर होई है ते सतगुरु सज्जन मिलिया, नहीं ते मत्था टेकना नसीब नहीं हुंदा। गुरु पातशाह महाराज जी सतगुरु रहमत दे दाते ने। आओ साध संगत जी बड़ा प्यारा प्रसंग चल रहा है, 2-4 मिनट सुरती बिरती कागर करिए, चलिए राय भोए दी तलवंडी करिए बाबे नानक दे दर्शन जी। वाहिगुरू 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 वाहिगुरू। सारी जो वाहिगुरू 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 वाहिगुरू। लाग गले सुन बिनती मेरी, लाग गले सुन बिनती मेरी। लाग गले सुन बिनती मेरी। लाग गले सुन बिनती मेरी। लाग गले सुन बिनती मेरी, लाग गले सुन बिनती मेरी। लाग गले सुन बिनती मेरी। लाग गले सुन बिनती मेरी। करवत भला ना करवट तेरी, करवत भला ना करवट तेरी। करवत भला न करवट तेरी। करवट भला न करवट तेरी। लाग गले सुन
ਬਿਨਤੀ ਮੇਰੀ ਲਾਗ ਗਲੇ ਸੁਨ, ਬਿਨਤੀ ਮੇਰੀ ਲਾਗ ਗਲੇ ਸੁਨ, ਬਿਨਤੀ ਮੇਰੀ ਲਾਗ ਗਲੇ ਸੁਨ, ਬਿਨਤੀ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਮਿੱਠੀ ਬਾਣੀ ਸਾਧ ਸੰਗਤ। ਜਦੋਂ ਮਨੁੱਖ ਇਕੱਲਾ ਹੋ ਜੇ ਨਾ, ਅੰਦਰੋਂ ਟੁੱਟ ਜੇ, ਤੇ ਉਹਦਾ ਜੀ ਕਰਦਾ ਕਿ ਮੇਰੀ ਮਾਂ ਹੋਵੇ ਜਾਂ ਮੇਰੀ ਭੈਣ ਹੋਵੇ ਜਾਂ ਮੇਰਾ ਕੋਈ ਆਪਣਾ ਹੋਵੇ ਜਿਹਦੇ ਗਲ ਲੱਗ ਕੇ ਰੱਜ ਕੇ ਰੋਵਾਂ, ਕਿਉਂਕਿ ਥੋੜਾ ਜਿਹਾ ਮਨ ਹਲਕਾ ਹੋ ਜਾਂਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਮਾਂ ਦੀ ਗੱਲ ਲੱਗ ਕੇ ਰੋਇਆ। ਮਾਂ ਚੁੱਪ ਕਰਾ ਸਕਦੀ ਹੈ ਪਰ ਮੇਰਾ ਹੱਲ ਨਹੀਂ ਕਰ ਸਕਦੀ। ਭੈਣ ਚੁੱਪ ਕਰਾ ਸਕਦੀ ਹੈ ਪਰ ਮੇਰਾ ਹੱਲ, ਮੇਰਾ ਵੀਰ ਚੁੱਪ ਕਰਾ ਸਕਦਾ ਹੈ ਪਰ ਪਰ ਗੁਰਬਾਣੀ ਕਹਿੰਦੀ ਸਿੱਖਾ ਜਿੱਦਣ ਕਿਤੇ ਗੁਰੂ ਦੇ ਗੱਲ ਲੱਗ ਗਿਆ, ਨਾਲ ਨਾਲ ਹੰਝੂ ਪੂੰਝ ਦੂਗਾ ਤੇ ਨਾਲ ਤੇਰੇ ਕਰਮਾਂ ਦਾ ਲੇਖਾ ਵੀ ਪੂੰਝ ਦੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਲਵਕੜੀ ਬਾਪੂ ਰਾਏ ਬੁਲਾਰ ਨੇ ਪਾ ਲਈ ਆ। ਇੱਕ ਵਾਰੀ ਪੈ ਚੁੱਕੀ ਆ, ਦੂਜੀ ਵਾਰੀ ਗੱਲਾਂ ਬਾਤਾਂ ਨਾਲ ਮੇਲ ਹੋਇਆ, ਆ ਤੀਜੀ ਵਾਰੀ ਫੇਰ ਹੋਣ ਲੱਗਾ ਹੈ। ਕੱਲ ਇੱਥੇ ਆਇਆ ਹੈ ਪ੍ਰਸੰਗ ਕਿ ਮਹਾਰਾਜ ਜੀ ਇੱਕ ਸੰਘਣੇ ਦਰਖਤ ਦੀ ਛਾਂ ਥੱਲੇ ਬੈਠੇ ਹੈ ਤੇ ਸਾਰਿਆਂ ਦਰਖਤਾਂ ਦੀ ਛਾਂ ਘੁੰਮ ਗਈ ਆ, ਪਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪੜ ਸੋਆ। ਮਹਾਰਾਜ ਜੀ ਬਿਰਤੀ ਸੁਰਤੀ ਜੁੜੀ ਆ, ਸਮਾਧੀ ਲੱਗੀ ਆ। ਇਧਰੋਂ ਭਾਗ ਚੰਗੇ ਰਾਏ ਬੁਲਾਰ ਦੇ, ਕਿਉਂਕਿ ਮਹਾਰਾਜ ਵਾਰ-ਵਾਰ ਮੌਕਾ ਉਹਨੂੰ ਹੀ ਦਿੰਦੇ ਜਿਹਦੇ ਤੇ ਖੁਸ਼ ਹੋਣ, ਕਿਉਂਕਿ ਖੇਡ ਹੁੰਦੀ ਹੈ, ਕੋਈ ਰਿਸ਼ਤਾ ਹੁੰਦਾ ਪੁਰਾਣਾ। ਰਾਏ ਬੁਲਾਰ ਦੀ ਬੜੀ ਵੱਡੀ ਭਗਤੀ ਆ, ਕਿਉਂਕਿ ਉਹਨੂੰ ਐਡਾ ਵੱਡਾ ਤਖਤ ਮਿਲਿਆ ਤੇ ਨਾਲੇ ਨਿਮਰਤਾ ਮਿਲੀ। ਦੋ ਚੀਜ਼ਾਂ ਨਹੀਂ ਰੱਬ ਦਿੰਦਾ। ਅੱਜ ਵੀ ਜਿਹਨੂੰ ਕੁਰਸੀ ਦਿੱਤੀ ਉਹਨੂੰ ਨਿਮਰਤਾ ਨਹੀਂ ਦਿੱਤੀ, ਤੇ ਜਿਹਦੇ ਕੋਲ ਨਿਮਰਤਾ ਉਹਦੇ ਕੋਲ ਕੁਰਸੀ ਨਾ ਹੋਵੇ, ਦੋ ਚੀਜ਼ਾਂ ਇਕੱਠੀਆਂ ਨਹੀਂ ਮਿਲਦੀਆਂ। ਇਸ ਕਰਕੇ ਸਾਧ ਸੰਗਤ ਜੀ, ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਸੀ ਨਾ ਜ਼ਕਰੀਏ ਨੇ, ਤੇ ਉਦੋਂ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੇ ਉਲ ਕੌਮ ਸਿੱਖ ਰਾਜ ਦੇ ਜਿਹੜੇ ਥੰਮ ਹੋਏ ਹੈ, ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਸੇਵਾਦਾਰੀ ਰਹਿਣ ਦਿਓ, ਇਹ ਕੁਰਸੀ ਨਹੀਂ ਲੈਣੀ, ਇਹ ਦਿਮਾਗ ਖਰਾਬ ਕਰ ਦਿੰਦੀ ਭਾਈ। ਤੇ ਸਿੰਘ ਕਹਿੰਦੇ ਨਹੀਂ ਜੀ, ਸੰਗਤ ਦਾ ਹੁਕਮ ਹੈ, ਤੁਹਾਨੂੰ ਲੈਣੀ ਪੈਣੀ ਹੈ। ਤੇ ਉਸ ਵੇਲੇ ਜੱਸਾ ਸਿੰਘ ਜੀ ਨੇ ਬੇਨਤੀ ਕੀਤੀ ਸੀ ਵੀ ਫਿਰ ਮੇਰੀ ਵੀ ਇੱਕ ਬੇਨਤੀ ਆ ਵੀ ਮੇਰੇ ਤੋਂ ਸੇਵਾ ਨਾ ਖੋਇਓ, ਜੇ ਮੈਨੂੰ ਨਵਾਬੀ ਦੇਣੀ ਹੈ ਨਾ, ਕਿਉਂਕਿ ਫਿਰ ਮੈਂ ਰਾਜਾ ਬਣ ਜਾਣਾ ਹੈ ਤੇ ਫਿਰ ਮੈਨੂੰ ਤੁਸੀਂ ਹੱਥ ਨਹੀਂ ਲਾਉਣ ਦੇਣਾ। ਕਹਿੰਦੇ ਕੀ ਸ਼ਰਤ ਹੈ? ਕਹਿੰਦੇ ਇੱਕ ਘੋੜਿਆਂ ਦੀ ਲਿੱਦ ਵੀ ਮੈਂ ਚੁੱਕਣੀ, ਇੱਕ ਸੰਗਤ ਦੇ ਜੂਠੇ ਭਾਂਡੇ ਵੀ ਮੈਂ ਮਾਂਜਣੇ, ਤੇ ਦੂਜਾ ਸਵੇਰੇ ਜਿੰਨੀ ਵਿਛਾਈ ਦਰਬਾਰ ਦੀ ਤੇ ਨਿਤਨੇਮ ਦੀ ਸੇਵਾ ਹੈ ਵੀ ਮੈਂ ਕਰਨੀ। ਜੇ ਮਨਜ਼ੂਰ ਹੈ ਤੇ ਮੈਨੂੰ ਦੇ ਦਿਓ ਕੁਰਸੀ, ਬੇਸ਼ੱਕ ਕੋਈ ਗੱਲ ਨਹੀਂ। ਜੇ ਇਹ ਗੱਲਾਂ ਮਨਜ਼ੂਰ, ਹੁਣ ਸਾਰੇ ਜਥੇਦਾਰ ਕਹਿੰਦੇ ਵੀ ਹੁਣ ਏਡੀ ਵੱਡੀ ਕੁਰਸੀ ਦੇਣ ਲੱਗੇ ਤੇ ਲਿੱਦ ਚੁੱਕੇਗਾ। ਕਹਿੰਦੇ ਤੁਹਾਨੂੰ ਕੀ ਪਤਾ, ਕਿਉਂਕਿ ਗੁਰੂ ਨਾਨਕ ਉਹਨੂੰ ਹੀ ਗਲਵੱਕੜੀ ਪਾਉਂਦਾ ਜਿਹਦੇ ਕੋਲ ਨਿਮਰਤਾ, ਜਿਹਦੇ ਕੋਲ ਪਿਆਰ ਹੈ, ਦੂਜੇ ਦੇ ਤੇ ਰਾਹ ਨਹੀਂ ਜਾਂਦਾ। ਇਸ ਕਰਕੇ ਬੜੀ ਵੱਡੀ ਕਿਰਪਾ ਕਿ ਦੋਵੇਂ ਗੁਣ, ਰਾਜ ਵੀ ਤੇ ਨਿਮਰਤਾ ਵੀ, ਅੱਜ ਵੀ ਕਈ ਪਰਿਵਾਰਾਂ ਨੂੰ ਮਿਲੀਦਾ। ਬੜਾ ਦਿੱਤਾ ਰੱਬ ਨੇ ਪਰ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਇੰਨਾ ਦਿੱਤਾ ਹੋਊਗਾ, ਇੰਨੀ ਨਿਮਰਤਾ ਉਹਨਾਂ ਦੇ ਵਿੱਚ। ਤੇ ਕਈ ਮੇਰੇ ਵਰਗਿਆਂ ਨੂੰ ਦਿੱਤਾ ਵੀ ਰੱਬ ਨੇ ਅਜੇ ਸਵਾਇਆ ਹੀ ਹੈ ਤੇ ਉਹਨਾਂ ਨਹੀਂ ਮਾਣ, ਤੇ ਜੇ ਜ਼ਿਆਦਾ ਦੇ ਦੇ ਉਹਨਾਂ ਤਾਂ ਮਾਰ ਦੇਣਾ ਸੀ ਸਾਰੇ ਪਿੰਡ ਨੂੰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਲੱਗੀ ਹੈ। ਉੱਧਰੋਂ ਰਾਏ ਬੁਲਾਰ ਜੀ ਆ ਗਏ ਤੇ ਆਪਣੇ ਨੌਕਰ ਨੂੰ ਕਹਿਣ ਲੱਗੇ, ਬੇਟਾ ਜੇ ਮੇਰੀਆਂ ਅੱਖਾਂ ਭੁਲੇਖਾ ਨਾ ਖਾਂਦੀਆਂ ਹੁਣ, ਆ ਪਟਵਾਰੀ ਦਾ ਪੁੱਤਰ ਨਾਨਕ ਹੀ ਹੈ ਨਾ? ਕਹਿੰਦੇ ਮਹਾਰਾਜ ਭੁਲੇਖਾ ਨਹੀਂ ਖਾਂਦੀਆਂ, ਇਹ ਨਾਨਕ ਹੀ ਹੈ। ਫਿਰ ਕਹਿੰਦੇ ਮੇਰਾ ਨਾਨਕ ਹੀ ਹੈ।
ਕੱਲ ਵੀ ਆਪਾਂ ਜ਼ਿਕਰ ਕੀਤੀ ਸੀ ਵੀ ਆਪਾਂ ਜਦੋਂ ਤੋਂ ਜਨਮ ਲਿਆ ਹੁਣ ਤੱਕ ਮੈਂ ਹੀ ਕਰੀ ਜਾਂਦੇ ਆ। ਮੇਰਾ ਘਰ, ਮੇਰਾ ਪਰਿਵਾਰ, ਮੇਰੀ ਪੈਲੀ, ਮੇਰਾ ਸੋਨਾ, ਮੇਰੀ ਇਹ ਮੇਰੀ, ਕਹਿੰਦੇ ਸਭ ਕੁਛ ਆਪਣਾ ਇੱਕ। ਪਰ ਤੁਸੀਂ ਕਰਮਾਂ ਵਾਲੇ ਹੋ। ਕੋਈ ਪੁੱਛੇ ਕਿੱਥੇ ਚੱਲੇ ਹੋ, ਕਹੋ ਆਖੋ ਮੇਰਾ ਗੁਰੂ ਅਰਜਨ ਸਾਹਿਬ ਆਵਾਜ਼ਾਂ ਮਾਰਦਾ, ਮੈਂ ਆਪਣੇ ਗੁਰੂ ਅਰਜਨ ਸਾਹਿਬ ਨੂੰ ਮਿਲਣ ਚੱਲਿਆ। ਵੇਖਿਓ ਗੁਰੂ ਕਿੰਨਾ ਪਿਆਰ ਕਰਦਾ। ਅਸੀਂ ਗੁਰੂ ਨੂੰ ਆਪਣਾ ਰਿਸ਼ਤੇਦਾਰੀ 'ਚ ਸ਼ਾਮਲ ਕਰੀਏ। ਕਿੱਦਾਂ ਕਰਾਂਗੇ ਉਹ ਵੀ ਮਹਾਰਾਜ ਨੇ ਲਿਖਿਆ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ। ਕਹਿੰਦੇ ਆ ਤੇਰਾ ਮਾਂ ਪਿਓ, ਤੇਰੇ ਭੈਣ ਭਰਾ ਹੋ ਸਕਦਾ ਤੇਰੇ ਤੋਂ ਵੰਡ ਵੰਡਈਏ ਤੋਂ ਗੁੱਸੇ ਹੋ ਜਾਣ। ਕਈ ਹੋ ਜਾਂਦੇ ਆ ਤੇ ਮਰਿਆਂ ਤੇ ਵੀ ਨਹੀਂ ਆਉਂਦੇ, ਇੰਨੇ ਗੁੱਸੇ ਹੋ ਜਾਂਦੇ। ਕਈ ਵਾਰੀ ਮਾਂ ਪਿਓ ਮਰ ਜੇ, ਕਈ ਨਹੀਂ ਆਉਂਦੇ। ਕਹਿੰਦੇ ਕਿਉਂ ਜਾਈਏ, ਸਾਡੇ ਨਾਲ ਧੱਕਾ। ਪਰ ਕਹਿੰਦੇ ਜਦੋਂ ਗੁਰੂ ਨੂੰ ਇਹਨਾਂ ਰਿਸ਼ਤਿਆਂ 'ਚ ਸ਼ਾਮਲ ਕਰੇਂਗਾ ਤੇ ਯਾਦ ਰੱਖੀ ਤੂੰ ਮੇਰਾ ਰਾਖਾ। ਜਿੱਦਣ ਇਕੱਲਾ ਰਹਿ ਜਾਏਗਾ ਨਾ ਮਨਾ, ਸਾਰੇ ਹੀ ਤੈਨੂੰ ਛੱਡ ਕੇ, ਕਿਉਂਕਿ ਉਹ ਦਿਨ ਸਾਰਿਆਂ 'ਤੇ ਆਉਣਾ ਜਿੱਦਣ ਆਪਾਂ ਇਕੱਲੇ ਹੋ ਜਾਣਾ। ਨਾ ਰਹੇਂਗੇ ਕਰੋੜੀ, ਨਾ ਰਹੇਂਗੇ ਹਜ਼ਾਰ, ਗਫਲਤ ਕਰੋਗੇ तो ਖਾਵੋਗੇ मार। बेटी व बेटा को लेगो न सार, दुनिया का दीवाना कहे मुल्क मेरा, आई मौत सिर पर ना मेरा। तो इस वेले बापू राय बलार जी ने मेरे नानक नूं देखना कीता। कहंदे जदों महाराज दे दर्शन कीते ना, पहलां भज के अगे नूं वधे इक्के वारी, फिर रुक गए। ते नौकर कहन लगा भी राय जी की होया, उदों ते सप तो डरदे सी, हुण ते कुछ नहीं आ, हुण तुसीं इक्के वारी अगे नूं वध के रुके क्यों जे। कवि जी कहंदे हटिओ दूर ते शरदा धारी, मन दे विच शरदा आ गई, जल भी आ गया। ते नौकर पुछदा भी तुसीं पहलां भज के अगे होए आ, हुण रुके क्यों। ते अगों बोलिया नहीं जांदा राय बलार तो। ਹੁਣ ਦੱਸਦੇ ਹਨ ਔਰ ਉਸ ਵੇਲੇ ਕਹਿੰਦੇ ਕੁਝ ਸਮਾਂ ਉੱਥੇ ਹੀ ਜਾੜ ਹੋ ਗਿਆ, ਉੱਥੇ ਖੜੋਤਾ ਰਿਹਾ, ਦਰਸ਼ਨ ਕਰੀ ਗਿਆ, ਸਿਰ ਲਾਈ ਗਿਆ, ਅੱਖਾਂ 'ਚ ਪਾਣੀ ਵਗੀ ਗਿਆ। ਰੱਜ ਕੇ ਦਰਸ਼ਨ ਕਰਕੇ ਨਾ ਵਾਪਸ ਮੁੜ ਪਿਆ ਉਸੇ ਡੰਡੀ ਨੂੰ ਜਿੱਤੇ ਰਸਤਾ ਸੀ ਘਰ ਨੂੰ ਜਾਣਾ। ਤੇ ਨੌਕਰ ਕਹਿਣ ਲੱਗਾ, ਕਹਿੰਦਾ ਰਾਏ ਅੱਜ ਕੀ ਰਮਜ ਖੇਡੀ ਹੋ, ਪਹਿਲਾਂ ਅੱਗੇ ਹੋਇਆ 4 ਕਦਮ, ਹੁਣ ਉੱਥੇ ਖੜੋਤਾ ਰਿਹਾ ਕਿੰਨਾ ਚਿਰ, ਹੁਣ ਵਾਪਸ ਹੋ ਗਿਆ। ਸਾਧ ਸੰਗਤ ਅੱਜ ਵੀ ਪਿਆਰ ਹੋਵੇ ਨਾ, ਜਦੋਂ ਪਿਆਰ ਸਿੱਖ ਦਾ ਬਣ ਜੇ ਨਾ, ਤੇ 2-2 ਘੰਟੇ ਵੀ ਸਿੱਖ ਇੱਦਾਂ ਦੇ ਜਿਹੜੇ ਖੜੋਤੇ ਗੁਰਬਾਣੀ ਪੜ੍ਹੀ ਜਾਂਦੇ। ਜਿੱਦਾਂ ਮੈਂ ਬਚਨ ਕੀਤਾ ਸੀ ਨਾ, ਸੰਤ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹ 2-2.5 ਘੰਟੇ ਜਲ ਦੇ ਵਿੱਚ ਖੜੋ ਕੇ ਅੰਮ੍ਰਿਤ ਵੇਲੇ ਤੇ ਤਪੱਸਿਆ ਕਰਦੇ ਰਹੇ। ਅੱਜ ਵਾਲਿਆਂ ਨੂੰ ਹਾਸਾ ਆਉਂਦਾ, ਕਹਿੰਦੇ ਇਹ ਝੂਠ ਜਿਹਾ ਨਹੀਂ ਆ ਵੀ ਅਸੀਂ ਤੇ ਕਦੇ ਏਸੀ ਲੱਗਾ, ਗੱਦਾ ਵਿਛਿਆ, 15 ਮਿੰਟ ਜਪਜੀ ਸਾਹਿਬ ਨਹੀਂ ਪੜ੍ਹਿਆ, ਗੱਲਾਂ ਭਾਵੇਂ 50 ਕਰ ਲਈਏ। ਅਸੀਂ ਤਾਂ ਗੁਰਦੁਆਰੇ ਆ ਕੇ ਵੀ ਗੱਲਾਂ ਨਹੀਂ ਕਰਨ ਹਟੀਦਾ, ਘਰੇ ਕੀ ਕਰਨੀਆਂ। ਕਈ ਵਾਰੀ ਕੀਰਤਨ ਕਥਾ ਚੱਲਦਾ ਹੁੰਦਾ, ਕਈ ਆਪਦਾ ਹਾਲ ਚਾਲ ਪੁੱਛਣ ਦੇ ਹੁੰਦੇ ਪਾਸੇ ਪਾਸੇ। ਤੋ ਕਈ ਵਾਰਾਂ ਕਈ ਪਹਿਲਾਂ ਕਹਿਣਗੇ ਆਪਾਂ ਉੱਥੇ ਬਾਹਰ ਹੀ ਬਹਿ ਜਾਂਦੇ, ਕਿਉਂ ਕਹਿੰਦੇ ਫਿਰ ਉੱਥੇ ਬਾਬੇ ਨੇ ਬੇਇੱਜ਼ਤੀ ਕਰ ਦੇਣੀ ਹੈ। ਕਿਤੇ ਮਸਾਂ ਤੇ ਕਿਤੇ ਘਰਾਂ 'ਚੋਂ ਨਿਕਲੀ ਦਾ, ਕਿਤੇ ਇੰਨੀਆਂ ਗੱਲਾਂ ਜਮ੍ਹਾਂ ਹੋਈਆਂ ਹੁੰਦੀਆਂ ਰਾਤ ਦੀਆਂ ਸਵੇਰ ਦੀਆਂ, ਸਾਰੀਆਂ ਹੀ ਕਰਨੀਆਂ ਕਥਾ ਕੀਰਤਨ ਦੇ ਟਾਈਮ। ਤੋ ਇਸ ਕਰਕੇ ਵੀ ਜ਼ਰੂਰੀ ਹੈ ਨਾ, ਮੁੜ ਕੇ ਅੰਦਰ ਜ਼ਿਆਦੀਆਂ ਹੋ ਗਈਆਂ ਤੇ ਪਟਾਕਾ ਪੈ ਜਾਂਦਾ, ਆਖੋ ਸਤਿਨਾਮ। ਇਹਨੂੰ ਸਹੀ ਆ ਪਹਿਲਾਂ ਕੱਢ ਲਿਆ ਕਰੀਏ। ਤੋ ਕਹਿੰਦੇ ਵੀ ਰਾਏ ਬੁਲਾਰ ਜੀ ਕਿੰਨਾ ਚਿਰ ਖੜੋਤਾ ਰਿਹਾ। ਅੱਜ ਵੀ ਕਈ ਸੰਗਤਾਂ ਵੇਖਿਓ ਹਰਿਮੰਦਰ ਸਾਹਿਬ 25-25 ਮਿੰਟ ਇੱਦਾਂ ਹੀ ਖੜੋਤੇ ਰਹਿੰਦੇ। ਗੱਲ ਤਾਂ ਪ੍ਰੇਮ ਦੀ ਹੈ, ਜਿੱਥੇ ਪ੍ਰੇਮ ਉੱਥੇ ਖੜੋਤਾ ਜਾਣਾ, ਜਿੱਥੇ ਪਿਆਰ ਨਹੀਂ ਉੱਥੇ ਕੌਣ ਖੜੋਂਦਾ ਹੀ। ਤੋ ਇਸ ਕਰਕੇ ਆਪਾਂ ਹਸਪਤਾਲ ਦੀ ਦਵਾਈ ਦੀ ਲਾਈਨ 'ਚ ਖੜੋ ਜਾਈਦਾ। ਵੈਸੇ ਉੱਥੇ ਭੀੜ ਹੋਵੇ ਨਾ, ਜਿੱਥੋਂ ਮਿਲਦੀ ਹੈ ਮੈਡੀਕਲ ਤੋਂ, ਉੱਥੇ ਕਈ ਵਾਰੀ ਘੰਟਾ ਲਾਈਨ 'ਚ ਲੱਗੇ ਰਹੀਦਾ। ਪਰ ਕਿਤੇ ਮੁੱਖ ਵਾਕ ਆਉਂਦਾ ਹੋਵੇ ਤੇ ਥੋੜ੍ਹਾ ਜਿਹਾ ਕਿਤੇ ਮੁੱਖ ਵਾਕ ਵਡਮੁੱਲਾ ਆ ਜੇ ਨਾ ਇੱਕ ਅੰਗ ਦਾ, ਕਈ ਵੇਖਣ ਦੇ ਹੁੰਦੇ ਵੀ ਬਾਬਾ ਤੇ ਗਾਂ ਹੀ ਚੱਲਿਆ, ਵੀ ਫਤਿਹ ਬੁਲਾਉਂਦਾ ਹੀ ਨਹੀਂ। ਜਾਂ ਸਾਹਿਬ ਸਿੰਘ ਮਹਾਰਾਜ ਦੀ ਕਿਰਪਾ ਇਸ ਬੱਚੇ ਤੇ, ਕਿਉਂਕਿ 8 ਸਾਲ ਤਾਂ ਦਾਸ ਨੂੰ ਹੋ ਗਏ,
ਇਹ ਮੇਰੇ ਤੋਂ ਪਹਿਲਾਂ ਦੇ ਸੇਵਾ ਨਿਭਾ ਰਹੇ, 11-12 ਸਾਲ ਹੋ ਗਏ ਅਰਦਾਸ ਦੀ ਸੇਵਾ ਕਰਦੇ ਆ। ਇਹ ਛੋਟੀ ਨਹੀਂ ਹੁੰਦੀ। ਤੇ ਕਈ ਵਾਰਾਂ ਜਿਹਦਾ ਪਿਆਰ ਉਹਨੇ ਤੇ ਫਿਰ ਵਧੀ ਜਾਣਾ। ਤੇ ਕਈ ਫਿਰ ਕਹਿ ਦਿੰਦੇ ਬਾਬਾ ਜੀ ਡਿੱਗਣ ਵਾਲੇ ਹੋ ਜਾਈਦਾ ਤੇ ਫਤਿਹ ਨਹੀਂ ਬੁਲਾਉਂਦੇ ਛੇਤੀ। ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹਦਾ ਪ੍ਰੇਮ ਨਹੀਂ ਉਹ ਨਹੀਂ ਉਹ ਕਰ ਸਕਦਾ, ਜਿਹਦੇ ਅੰਦਰ ਪਿਆਰ ਉਹ ਹੀ ਕਰ ਸਕਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰੂਹਾਂ ਇੱਕੇ ਇੱਕੇ ਚੌਂਕੜੇ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਉਣੇ ਪਿਆਰ ਹੀ ਹੈ। ਆਖੋ ਸਤਨਾਮ। ਤੋ ਇਸ ਕਰਕੇ ਕਹਿੰਦੇ ਵੀ ਰਾਏ ਬੁਲਾਰ ਅੱਜ ਚੁੱਪ ਹੈ। ਚੁੱਪ ਕਰਕੇ ਵਾਪਸ ਮੁੜ ਗਿਆ ਤੇ ਨੌਕਰ ਕਹਿੰਦਾ ਬਾਪੂ ਮੈਨੂੰ ਤੇ ਦੱਸ ਦੇ ਵੀ ਪਹਿਲਾਂ ਭੱਜ ਕੇ ਅੱਗੇ ਹੋਇਆ ਫਿਰ ਮਿਲਿਆ ਕਿਉਂ ਨਹੀਂ? ਕਹਿੰਦੇ ਸੱਚ ਦੱਸਾਂ ਪੁੱਤ, ਉਦਣ ਮੈਂ ਡਰ ਗਿਆ ਸੀ ਕਿਤੇ ਮੇਰੇ ਨਾਨਕ ਨੂੰ ਸੱਪ ਲੜ ਗਿਆ, ਪਰ ਇਹ ਮੇਰਾ ਨਾਨਕ ਰੱਬ ਹੈ। ਤੇ ਅੱਜ ਮੈਂ ਤਾਂ ਨਹੀਂ ਅੱਗੇ ਹੋਇਆ ਕਿਉਂਕਿ ਜੇ ਮੈਂ ਨੇੜੇ ਜਾਂਦਾ ਨਾ ਪਤਾ ਨਹੀਂ ਕਿਹੜੀ ਮੌਜ ਵਿੱਚ ਬੈਠੇ ਆ ਤੇ ਉਹਨਾਂ ਦਾ ਰਸ ਟੁੱਟ ਜਾਣਾ। ਅੱਜ ਵੀ ਜਿਹੜੇ ਪਿਆਰ ਵਾਲੇ ਕੋ ਬਾਣੀ ਪੜ੍ਹਦਾ ਹੋਵੇ ਤੇ ਉਹ ਬੜਾ ਹੌਲੀ ਜੀ ਲਾਗਿਓਂ ਲੰਘਣਗੇ ਵੀ ਇਹਦਾ ਧਿਆਨ ਨਾ ਟੁੱਟੇ, ਇਹਦਾ ਇਕਾਗਰਤਾ ਬਣੀ ਰਵੇ। ਅੱਜ ਰਾਏ ਬੁਲਾਰ ਨੇ ਅੰਦਰੋਂ ਹੀ ਮਿਲਣੀ ਕੀਤੀ, ਬਾਹਰੋਂ ਨਹੀਂ ਕੀਤੀ। ਅੱਜ ਅੰਦਰੋਂ ਹੀ ਮਿਲਣੀ ਕਰਕੇ ਤੇ ਅੱਖਾਂ ਨਾਮ ਹੋਈਆਂ, ਕਹਿਣ ਲੱਗਾ ਆ ਜਾ ਚੱਲੀਏ। ਕਹਿੰਦੇ ਅੱਜ ਨਹੀਂ ਗਾਉਣਾ, ਉਦਣ ਬਹੁਤ ਗਲਤੀ ਕੀਤੀ ਕਿਉਂਕਿ ਪਤਾ ਨਹੀਂ ਕਿਹੜੀ ਮੌਜ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਨੇ, ਆਪਾਂ ਕਾਹਤੋਂ ਉਠਾਉਣਾ ਹੈ, ਕਾਹਤੋਂ ਉਹਨਾਂ ਦੀ ਬੰਦਗੀ ਦੇ ਵਿੱਚ ਵਿਘਨ ਪਾਉਣਾ ਹੈ। ਕਰਤ ਸੰਕਲਪ ਵਿਕਲਪ। ਔਰ ਇਸੇ ਤਰ੍ਹਾਂ ਕਰਕੇ ਕਹਿੰਦੇ ਰਾਏ ਬੁਲਾਰ ਜੀ ਫਿਰ ਵਾਪਸ ਆਪਣੇ ਘਰ ਨੂੰ ਪਰਤ ਆਏ ਹਨ। ਉਧਰ ਕਹਿੰਦੇ ਦਿਨ ਵੀ ਘਟਦਾ ਜਾ ਰਿਹਾ ਹੈ, ਘੜੀ ਟਿਕ ਟਿਕ ਕਰਦੀ ਚੱਲੀ ਜਾ ਰਹੀ ਹੈ। ਕਹਿੰਦੇ ਆਪਣੇ ਘਰ ਵਿੱਚ ਚਲੇ ਗਿਆ ਹੈ। ਅੱਜ ਕਿਸੇ ਰਸ ਵਿੱਚ ਹੈ, ਅੱਜ ਕਿਸੇ ਮੌਜ ਵਿੱਚ ਹੈ, ਕੋਈ ਵੱਖਰਾ ਹੀ ਨੂਰ ਹੈ ਚਿਹਰੇ ਤੋਂ। ਕਿਉਂਕਿ ਜਿਹੜਾ ਸਿੱਖ ਜਦੋਂ ਗੁਰੂ ਘਰੋਂ ਘਰੇ ਜਾਂਦਾ ਨਾ, ਜਿਹੜਾ ਤੇ ਮਰਜ਼ਾਦਾ 'ਚ ਰਹਿੰਦਾ, ਵੈਸੇ ਮੈਂ ਤੇ ਆਪ ਨਹੀਂ ਤੁਹਾਡੇ ਨਾਲੋਂ ਵੀ ਨੀਵਾਂ ਏ। ਅਸਲ ਮਰਜ਼ਾਦਾ ਪਤਾ ਕੀ ਹੁੰਦੀ ਸੰਗਤ ਜੀ, ਤੁਸੀਂ ਭੈਣ ਭਰਾਓ, ਜ਼ਰੂਰੀ ਨਹੀਂ ਵੀ ਆਪਾਂ ਹੁਣ ਸਾਰੀ ਜ਼ਿੰਦਗੀ ਮੱਥਾ ਟੇਕ ਕੇ ਕਥਾ ਹੀ ਸੁਣੀ ਜਾਣੀ, ਪੇਪਰ ਵੀ ਹੋ ਸਕਦਾ ਤੇ ਫੇਲ ਹੋ ਜਾਣਾ ਆਪਾਂ। ਮਹਾਂਪੁਰਖ ਕਹਿੰਦੇ ਹੁੰਦੇ ਆ ਵੀ ਅਸਲ ਦੇ ਵਿੱਚ ਜਿਹੜੀ ਝੋਲੀ ਆ ਨਾ, ਇਹਨੂੰ ਖਾਲੀ ਲਿਆਓ ਤੇ ਭਰ ਕੇ ਲਿਜਾਓ। ਪਰ ਆਪਾਂ ਕੀ ਕਰਦੇ ਵੀ ਜਦੋਂ ਘਰੋਂ ਤੁਰਦੇ ਆ ਉਦੋਂ ਵੀ ਇਹਨੂੰ ਗੱਲਾਂ ਨਾਲ ਭਰ ਲੈਂਦੇ, ਤੇ ਜਦੋਂ ਇੱਥੋਂ ਨਿਕਲੀਦਾ ਤੇ ਉਦੋਂ ਫੇਰ ਗੱਲਾਂ ਨਾਲ ਢੇਰੀ ਕਰ ਦੇਈਦੀ। ਅਸਲ 'ਚ ਜਿਹੜਾ ਸ਼ਲੋਕ ਹੈ ਨਾ ਵੀ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ, ਉਹ ਬਾਬੇ ਕਬੀਰ ਨੂੰ ਤਾਂ ਲਿਖਣਾ ਪਿਆ ਵੀ ਜਦੋਂ ਸੰਗਤ ਵਿੱਚ ਜਾਣਾ ਹੋਵੇ ਨਾ ਐਨ ਖਾਲੀ ਹੋ ਕੇ ਆਓ, ਕੋਈ ਮੰਗ ਨਹੀਂ ਲੈ ਕੇ ਆਉਣੀ ਵੀ ਮਹਾਰਾਜ ਮੈਨੂੰ ਮੈਂ ਤਾਂ ਗੁਰਦੁਆਰੇ ਆਉਣਾ, ਮੈਨੂੰ ਆਹ ਦਿਓ ਜਾਂ ਮੇਰਾ ਆਹ ਕੰਮ ਕਰੋ ਤੇ ਮੇਰੀ ਨਾ ਨਾ। ਉਹਨੂੰ ਪਤਾ ਸਾਰਾ, ਉਹਨੂੰ ਪਤਾ ਸੀ ਜਿੱਦਣ ਆਪਾਂ ਜਨਮੇ ਸੀ ਜਬ ਦਾਂਤ ਨਾ ਥੇ ਤਬ ਦੂਧ ਦੀਆ। ਉਹਨੂੰ ਪਤਾ ਸੀ ਵੀ ਇਹ ਨਿੱਕਾ, ਇਹਦੀਆਂ ਦੰਦੀਆਂ ਨਹੀਂ, ਉਹਨੇ ਮਾਂ ਦੇ ਥਣਾ 'ਚ ਦੁੱਧ ਦੇਤਾ। ਹੁਣ ਪਹਿਲਾਂ ਮੱਝ ਜਦੋਂ ਐ ਔਂਸਰ ਹੈ ਉਹਦੇ ਦੁੱਧ ਕਿੱਥੇ ਹੈ? ਜਦੋਂ ਬੱਚਾ ਜਨਮ ਲੈਂਦਾ, ਬੱਚਾ ਕੱਟਾ ਤਾਂ ਦੁੱਧ ਥਣਾ 'ਚੋਂ ਚੋਂਦਾ। ਅਜੇ ਵੀ ਸ਼ੱਕ ਕਰਦੇ ਹੋ ਰੱਬ ਤੇ ਵੀ ਹੈਗਾ ਕਿ ਨਹੀਂ, ਤੇ ਫਿਰ ਕੀ ਕਰੇ ਤੁਹਾਨੂੰ? ਉਹ ਕਹਿੰਦੇ ਜਬ ਦਾਂਤ ਨਾ ਥੇ ਤਬ ਦੂਧ ਦਿਆ, ਜਬ ਦਾਂਤ ਦੀਏ ਤਾਂ ਰੋਜੀ ਨਾ ਦੇ ਹੈ। ਜਿੰਨੇ ਤੈਨੂੰ ਅੱਖਾਂ ਦਿੱਤੀਆਂ, ਹੁਣ ਕਈਆਂ ਦੀਆਂ ਵਿਚਾਰਿਆਂ ਦੀਆਂ ਹੈ ਨਹੀਂ, ਕਈਆਂ ਦੇ ਜੰਮਦਿਆਂ ਦੇ ਗੁਰਦਾ ਹੀ ਇੱਕ ਹੈ, ਕਈਆਂ ਦੇ ਦਿਲ 'ਚ ਛੇਕ ਆ। ਤੇ ਆਪਾਂ ਨੂੰ ਸਾਰਾ ਪ੍ਰੋਪਰ ਦਿੱਤਾ, ਉਹਨੂੰ ਪਤਾ ਤੇ ਦਿੱਤਾ। ਆਪਾਂ ਕਿਦੋਂ ਮੰਗਿਆ ਸੀ? ਤੁਸੀਂ ਮੰਗਿਆ ਸੀ? ਇੱਕ ਮਿੰਟ ਦੱਸਿਓ ਵੀ ਮਹਾਰਾਜ ਮੈਨੂੰ ਇੱਦਾਂ ਦਾ ਰੰਗ ਦੇ, ਮੈਨੂੰ ਇੰਨਾ ਦਿੱਤਾ ਹੀ ਹੈ ਨਾ। ਆਸਣ ਲੋਏ ਜੋ ਕੁਛ ਪਾਇਆ। ਇਸ ਕਰਕੇ ਮਹਾਂਪੁਰਖ ਕਹਿੰਦੇ ਜਦੋਂ ਵੀ ਸੰਗਤ ਵਿੱਚ ਜਾਣਾ ਤੇ ਘਰੋਂ ਖਾਲੀ ਆਓ ਤੇ ਭਰ ਕੇ ਜਾਓ। ਕੋਸ਼ਿਸ਼ ਕਰਿਆ ਕਰੋ ਸਾਈਕਲ ਤੇ, ਗੱਡੀ ਤੇ, ਮੋਟਰਸਾਈਕਲ ਤੇ ਮੂਲ ਮੰਤਰ ਪੜ੍ਹਦੇ ਆਇਆ ਕਰੋ। ਜਦੋਂ ਕਥਾ ਦਾ ਭੋਗ ਪੈਂਦਾ ਦੇਗ ਲੈ ਕੇ ਤੇ ਚੁੱਪ ਕਰਕੇ ਉਹ ਰਸ ਲੈ ਕੇ ਘਰ ਤੱਕ ਪਹੁੰਚਿਆ ਕਰੋ। ਫਿਰ ਤੁਹਾਡੇ ਘਰੋਂ ਕੋਈ ਨਹੀਂ ਤੁਹਾਨੂੰ ਕਦੇ ਕਹੇਗਾ ਵੀ ਤੁਸੀਂ ਮੂੰਹ ਚੱਕ ਕੇ ਗੁਰੂ ਘਰ ਤੁਰ ਪੈਂਦੇ। ਉੱਥੇ ਕੀ ਰੱਖਿਆ ਹੈ, ਕਿਉਂਕਿ ਤੁਹਾਡਾ ਔਰਾ ਹੀ ਸਭ ਕੁਝ ਬਦਲ ਸਕਦਾ। ਜੇ ਭਾਈ ਪਾਰੋ ਚੁੱਪ ਕਰਕੇ ਗੋਇੰਦਵਾਲ ਜਾਂਦਾ ਸੀ ਨਾ, ਚੁੱਪ ਕਰਕੇ ਆਉਂਦਾ ਸੀ ਤੇ ਕਰੋੜਾਂ ਦਾ ਮਾਲਕ ਸ਼ਾਹ ਅੱਲਾ ਯਾਰ ਐਵੇਂ ਨਹੀਂ ਕਹਿੰਦਾ ਸੀ ਸਿੱਖਾ ਇੱਕ ਵਾਰੀ ਆਪਦਾ ਨਾਂ ਤੇ ਦੱਸ ਦੇ, ਤੇਰਾ ਗੁਰੂ ਕੌਣ ਹੈ?
ਮੈਨੂੰ ਕਿੰਨੇ ਦਿਨ ਹੋ ਗਏ, ਮੇਰੀ ਜ਼ਰੂਰਤ ਨਹੀਂ ਪੈਂਦੀ ਪਾਣੀ 'ਚ ਘੋੜਾ ਉਤਾਰਨ ਦੀ, ਤੇ ਤੂੰ ਚੁੱਪ ਕਰਕੇ ਹੀ ਲੰਘ ਜਾਣਾ। ਜਿਹਨੂੰ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ 'ਚ ਮਾਰੇ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਹੈ ਸੁਆਓ, ਜਨ ਕੈ ਸੰਗ ਚਿਤ ਆਵੇ ਨਾਓ, ਜਿਨਾ ਆਇਆ ਦੇ ਜਗਤ ਤਾਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ, ਜਿਨਾ ਆਇਆ ਦੇ ਜਗਤ ਤਾਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ, ਜਿਨਾ ਆਇਆ ਦੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ, ਜਿਨਾ ਆਇਆ ਦੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਸੋ ਇਸ ਕਰਕੇ ਬਾਪੂ ਰਾਏ ਬੁਲਾਰ ਜੀ ਅੱਜ ਲੁੱਟ ਕੇ ਲੈ ਗਏ ਮੇਰੇ ਨਾਨਕ ਨੂੰ, ਸਾਰੀ ਖੁਸ਼ੀ ਲੈ ਕੇ। ਹੁਣ ਕਈ ਸੰਗਤ ਕਹਿੰਦੀ ਹੈ ਬਾਬਾ ਜੀ ਇੱਕ ਬੇਨਤੀ, ਮੈਂ ਕਿਹਾ ਦੱਸੋ। ਕਹਿੰਦੇ ਵੀ ਜਦੋਂ ਕਥਾ ਚੱਲਦੀ ਆ ਉਦੋਂ ਬੜਾ ਆਨੰਦ ਆਉਂਦਾ, ਸਾਰਾ ਕੁਝ ਭੁੱਲ ਜਾਂਦਾ, ਵੀ ਇਦਾਂ ਲੱਗਦਾ ਪਤਾ ਨਹੀਂ ਕਿੱਥੇ ਆ। ਪਰ ਜਦੋਂ ਘੜੀ ਸਮਾਪਤ ਹੁੰਦੀ ਹੈ, ਘਰ ਨੂੰ ਜਾਈਦਾ, ਤੇ ਫਿਰ ਉਹ ਰੁੱਖਾਪਣ ਆ ਜਾਂਦਾ। ਮੈਂ ਕਿਹਾ ਤੁਹਾਡਾ ਤੇ ਮੈਨੂੰ ਪਤਾ ਨਹੀਂ, ਮੇਰਾ ਵੀ ਇਹੋ ਹਾਲ ਹੈ, ਕਿਉਂਕਿ ਇੱਥੇ ਵੱਸਦਾ ਹੈ ਨਾ, ਇੱਥੇ ਬੰਦਗੀ ਵਾਲੇ ਬੈਠੇ ਆ ਨਾ, ਆਪਣੀ ਬੰਦਗੀ ਕੋਈ ਨਹੀਂ ਆ। ਇਸ ਕਰਕੇ ਆਪਾਂ ਰਸ ਰੋੜ ਜਾਂਦੇ ਆ, ਤਾਂ ਕਰਕੇ ਘਰੇ ਜਾ ਕੇ, ਜੇ ਘਰੇ ਜਾ ਕੇ ਵੀ ਇਦਾਂ ਹੀ ਰਸ ਲੈਣਾ ਜੀ, ਤੇ ਫਿਰ ਆ ਕਥਾ ਜੇ ਹੋਈ ਹੈ। ਕਿਉਂਕਿ ਬਾਪੂ ਰਾਏ ਬੁਲਾਰ ਨੇ ਅੱਜ ਗੁਰੂ ਨਾਨਕ ਨੂੰ ਲੁੱਟ ਲਿਆ। ਅੱਜ ਲੁੱਟ ਕੇ ਤੇ ਚੁੱਪ ਕਰਕੇ ਘਰੇ ਗਏ, ਰਸਤੇ 'ਚ ਨਹੀਂ ਰੁਕੇ ਕਿਤੇ। ਪਹਿਲੇ ਬਜ਼ੁਰਗ ਹੁੰਦੇ ਸੀ ਨਾ, ਭਾਵੇਂ ਆਪਾਂ ਕਿਹਦਾ ਮਨ ਮਤ ਕਰਦੇ, ਸਾਡੀ ਦਾਦੀ ਦਾਦਾ ਨੇ ਉਹਨੇ ਕਹਿਣਾ ਪੁੱਤ ਗੁਰੂ ਘਰੇ ਜਾਓ ਤੇ ਸਿੱਧੇ ਘਰੇ ਆਈਦਾ, ਇੱਦਾਂ ਕਹਿੰਦੇ ਹੁੰਦੇ ਸੀ ਉਹ। ਇਹ ਆਪਾਂ ਕਹੀਦਾ ਸੀ ਇਹ ਪੁਰਾਣੀਆਂ ਗੱਲਾਂ ਹੁੰਦੀਆਂ, ਪੁਰਾਣੀਆਂ ਨਹੀਂ, ਕੋਈ ਕਾਰਨ ਹੁੰਦਾ ਸੀ। ਕਿਉਂਕਿ ਜਦੋਂ ਪਿਆਰੇ ਦੇ ਕੋਲ ਜਾਈਏ ਤੇ ਕੁਝ ਦਵੇ, ਹੁਣ ਆਪਾਂ ਕਿਤੇ ਗਏ, ਆਪਾਂ ਨੂੰ ਸੋਣਾ ਹੀ ਪੈ ਗਿਆ, ਤੇ ਆਪਣੇ ਅੰਦਰ ਹੁੰਦਾ ਵੀ ਛੇਤੀ ਘਰੇ ਚੱਲੀਏ, ਕਿਤੇ ਰਾਹ 'ਚ ਨਾ ਕੋਈ ਖੋਲੇ। ਉਹ ਤਾਂ ਨਕਲੀ ਸੋਨਾ ਹੈ, ਅਸਲੀ ਹੈ ਗੁਰੂ ਘਰ ਦੀ ਬਖਸ਼ਿਸ਼ ਹੈ। ਤੋ ਰਾਏ ਬੁਲਾਰ ਜੀ ਲੁੱਟ ਕੇ ਲੈ ਗਏ ਤੇ ਕਹਿੰਦੇ ਸਾਧਨ ਜਾਏ ਵੈਸਿਓ ਹਰ ਖਾਈ, ਜਾ ਕੇ ਮੰਜੇ ਤੇ ਬੈਠ ਗਏ ਹਨ। ਆਲੂਗਾ ਤਬ ਸਹਿਜ ਸੁਭਾਈ, ਕਹਿੰਦੇ ਇੱਥੇ ਬੜਾ ਪ੍ਰਸੰਗ ਹਾਸੇ ਵਾਲਾ, ਰੱਬ ਨੇ ਸਬੱਬ ਬਣਾਤਾ। ਕਈ ਵਾਰੀ ਬੰਦੇ ਨੂੰ ਜਿਹੜੇ ਨੂੰ ਯਾਦ ਕੀਤਾ ਉਹ ਵੀ ਆ ਜਾਂਦਾ। ਕਹਿੰਦੇ ਉਧਰੋਂ ਖੇਡ ਐਸੀ ਬਣੀ ਵੀ ਮਹਿਤਾ ਕਲਿਆਣ ਦਾਸ ਜੀ ਕਲਪਦੇ ਰਹਿੰਦੇ ਵਿਚਾਰੇ। ਉਹ ਅੱਜ ਫੇਰ ਐਸੀ ਖੇਡ ਬਣ ਗਈ ਵੀ ਜਾਂਦਿਆਂ ਨੂੰ ਮੰਜੀ ਤੇ ਬੈਠੇ ਰਾਏ ਬੁਲਾਰ ਦੇ ਅੰਦਰ ਫੁਰਨਾ ਬਣਿਆ ਵੀ ਕਿਤੇ ਅੱਜ ਪਟਵਾਰੀ ਆ ਜੇ ਨਾ, ਅੱਜ ਕਿਤੇ ਟਾਈਮ ਬੜਾ ਸੋਹਣਾ, ਗੱਲਾਂ ਕਰਨ ਨੂੰ ਜੀ ਕਰਦਾ। ਉਹੀ ਹੋਇਆ। ਕਵੀ ਰਾਜ ਜੀ ਕਹਿੰਦੇ ਕਾਲੂਗਾ ਤਬ ਸਹਿਜ ਸੁਵਾਈ। ਖਪੇ ਤਪੇ ਮਹਿਤਾ ਕਲਿਆਣ ਦਾਸ ਜੀ ਵਿਚਾਰੇ ਕਦੀ ਹਰਦਿਆਲ ਨਾਲ ਲੜ ਕੇ ਆਏ, ਕਦੀ ਗੋਪਾਲ ਨਾਲ ਲੜ ਕੇ ਆਏ, ਵੀ ਕਹਿੰਦੇ ਸੀ ਤੇਰੇ ਪੁੱਤ ਦੇ ਹੱਥਾਂ 'ਚ ਇੰਨਾ ਕੁ ਗੱਫਾ ਹੋਣਾ, ਇਹਦੇ ਹੱਥਾਂ 'ਚ ਬੜਾ ਕੁਝ ਆਉਣਾ, ਇਹ ਤਾਂ ਸਾਰਾ ਕੁਝ ਹੀ ਰੋੜੀ ਜਾਂਦਾ। ਉਹਨੂੰ ਚਿੰਤਾ ਬਣੀ ਵੀ ਜੇ 1.25 ਮਣ ਬੀ ਖਿਲਾ ਰਿਹਾ ਤੇ ਉਹ ਵੀ ਜਾੜ ਆਇਆ। ਭਾਈ ਸੱਚ ਹੈ, ਸਾਰਿਆਂ ਨੂੰ ਹੁੰਦਾ ਬੱਚੇ ਕੰਮ ਕਰਨ। ਤੋ ਮੇਰੇ ਖਿਆਲ ਜੇ ਮੈਂ ਗਿਣਤੀ ਕਰਾਂ ਤੇ ਜਿੰਨੇ ਆਪਾਂ ਬੈਠੇ ਸਾਰੇ ਮੰਗਾਂ ਵਾਲੇ ਆ। ਜੇ ਗੁਰੂ ਵਾਲਿਆਂ ਨੂੰ ਕੱਢੀਏ ਵੀ ਜਿਹੜੇ ਗੁਰੂ ਨੂੰ ਮਿਲਣਾ ਏ, ਤੇ ਫਿਰ ਤੇ ਮੈਨੂੰ ਲੱਗਦਾ ਮੈਂ ਤੇ ਆਪ ਬਾਹਰ ਚੱਲ ਜਾਣਾ। ਕਿਉਂਕਿ ਸੱਚ ਹੈ ਨਾ, ਰੀਅਲ ਹੈ ਕਿ ਆਪਾਂ ਜੁੜੇ ਹੀ ਮੰਗਾਂ ਕਰਕੇ। ਕਿਸੇ ਨੇ ਕੰਮ ਕਰਾ ਲਿਆ ਵਾ ਤੇ ਉਹ ਧੰਨਵਾਦ 'ਚ ਬੈਠਾ, ਤੇ ਕਿਸੇ ਨੇ ਅਜੇ ਪਰਚੀ ਲਿਖੀ ਆ, ਵੇਖੋ ਕਦੋਂ ਚੱਕਦਾ। ਹਾਂਜੀ, ਇਸ ਕਰਕੇ ਕਈ ਵਾਰੀ ਆਪਾਂ ਵੀ ਬੈਠੇ ਬੈਠੇ ਕਹਿੰਦਾ ਬਾਬਾ ਗੁਰੂ ਅਰਜਨ ਸਾਹਿਬ ਸਾਰੇ ਤੁਰੇ ਜਾਂਦੇ, ਅਸੀਂ ਵੀ ਚੱਲ ਜੀਏ, ਹੈ ਨਾ, ਅਸੀਂ ਵੀ ਕਿਤੇ ਚੱਕਰ ਲਾ ਆਈਏ, ਕਿ ਇੱਦਾਂ ਹੀ ਕੀਮਤਾ ਲਿਖਿਆ ਆ ਜਾਂਦੀ ਹੈ। ਤੋ ਇਸ ਕਰਕੇ ਕਹਿੰਦੇ ਉਹ ਰਸ 'ਚ ਬੈਠਾ, ਤੇ ਇੰਨੇ ਚਿਰ ਨੂੰ ਪਟਵਾਰੀ ਸਾਹਿਬ ਵੀ ਉਧਰ ਉਹਦੇ ਘਰ ਪਹੁੰਚ ਗਏ ਹਨ। ਆਹਾ, ਹੁਣ ਅੱਖਾਂ ਵੇਖੋ ਜਿਹਨੂੰ ਪਤਾ ਲੱਗ ਗਿਆ। ਜਦੋਂ ਰਾਏ ਬੁਲਾਰ ਨੂੰ ਪਤਾ ਲੱਗਾ ਵੀ ਉਹ ਡਿਉੜੀ 'ਚ ਪਟਵਾਰੀ ਮਹਿਤਾ ਕਲਿਆਣ ਦਾ ਸਾਰੇ ਆ, ਉਸੇ ਵੇਲੇ ਨੌਕਰ ਨੂੰ ਕਹਿੰਦਾ ਪੁੱਤ ਨਵੀਂ ਚਾਦਰ ਕੱਢ ਕੇ ਲਿਆ, ਨਵੀਂ ਵਿਛਾਈ, ਸੋਹਣਾ ਬੜਾ ਵਿਛਾਉਣਾ ਵਿਛਾਓ। ਤੇ ਨੌਕਰ ਵੀ ਹੈਰਾਨ ਵੀ ਕਮਾਲ ਹੈ,
ਵੀ ਰਾਏ ਬਲਾਰ ਲੋਕਾਂ ਦੇ ਘਰ 'ਚ ਜਾਵੇ ਤੇ ਲੋਕੀ ਚਾਅ ਕਰਨ, ਤੇ ਇੱਕ ਰਾਜਾ ਹੋਵੇ ਇੱਕ ਮਾਮੂਲੀ ਪਟਵਾਰੀ ਨੂੰ ਵੇਖ ਕੇ ਕਹਿੰਦਾ ਨਵਾਂ ਵਿਛਾਉਣਾ ਵਿਛਾਓ। ਹੁਣ ਉਹ ਸਤਿਕਾਰ ਪਤਾ ਕਿਉਂ ਕਰ ਰਿਹਾ? ਉਹਦੇ ਪਿੱਛੇ ਕਾਰਨ ਹੈ। ਹੁਣ ਅਸੀਂ ਗਰੀਬ ਗੁਰਬੇ ਹਾਂ, ਗੁਰਬਤ 'ਚ ਜੰਮੇ, ਪੱਲੇ ਕਰਤੂਤ ਕੋਈ ਨਹੀਂ, ਪਰ ਜਦੋਂ ਜਾਂਦੇ ਆ ਕਿਉਂ ਪਿਆਰ ਕਰਦੇ ਤੁਸੀਂ? ਕਿਉਂ ਆਪਣੇ ਪਰਿਵਾਰ 'ਚ ਬਿਠਾਉਣੇ ਧੀਆਂ ਭੈਣਾਂ ਦੇ ਕੋਲੇ ਚਾਦਰ ਵਿਛਾ ਕੇ? ਕਿਉਂ? ਕਿਉਂਕਿ ਪਿੱਛੇ ਲੱਗਦਾ ਬੌਲੀ ਸਾਹਿਬ, ਗੁਰੂ ਅਰਜਨ ਸਾਹਿਬ ਦਾ ਘਰ ਲੱਗਦਾ ਏ। ਵਿਦੇਸ਼ਾਂ ਵਿੱਚ ਵੀ ਸਿੰਘ ਜਾਂਦੇ ਨੇ, ਲੋਕੀ ਫੁੱਲਾਂ ਦੀ ਵਰਖਾ ਆ ਗੰਦਗੀ ਨੂੰ ਥੋੜ੍ਹਾ ਕਰਦੇ ਆ। 5 ਕਿਲੋ ਗੰਦਗੀ ਅੰਦਰ, ਕਰਤੂਤਾਂ ਮਾੜੀਆਂ, ਵੇਖਣੀ ਮਾੜੀ, ਸੁਣਨੀ ਮਾੜੀ, ਬੋਲਣੀ, ਪਰ ਉਹ ਪਿੱਛੇ ਜਿਹੜਾ ਨਾ ਉਹਦਾ ਕਰਕੇ ਸਤਿਕਾਰ ਹੋ ਰਿਹਾ। ਤੋ ਇਸ ਕਰਕੇ ਕਹਿੰਦੇ ਰਾਜਾ ਪਟਵਾਰੀ ਸਾਹਿਬ ਦੇ ਆਗਮਨ 'ਚ ਇੰਨਾ ਕੁ ਖੁਸ਼ ਹੋਇਆ, ਉਹਨੂੰ ਕਵੀ ਜੀ ਦੱਸਦੇ ਹਨ, ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਔਰ ਕਹਿੰਦੇ ਦੋਵੇਂ ਹੱਥ ਜੋੜ ਕੇ ਉੱਠ ਕੇ ਖੜੋ ਕੇ ਸਤਿਕਾਰ ਦਿੱਤਾ। ਉਮਰ ਵਿੱਚ ਰਾਏ ਬਲਾਰ ਵੱਡੇ ਨੇ, ਮਹਿਤਾ ਕਲਿਆਣ ਦਾ ਛੋਟੇ ਨੇ, ਪਰ ਕਿੰਨਾ ਕੁ ਸਤਿਕਾਰ ਦਿੱਤਾ। ਜਿੱਦਾਂ ਬਜ਼ੁਰਗ ਬੈਠੇ ਆ, ਇਹਨਾਂ ਦੇ ਕੇਸ ਚਿੱਟੇ ਦਾੜੇ, ਇਹ ਸਾਡੇ ਗੋਡੀਆਂ ਹੱਥ ਲਾ ਦਿੰਦੇ। ਕਾਹਤੋਂ? ਕਿਉਂਕਿ ਗੁਰੂ ਦੀ ਸਿਫਤ ਕਰਦੇ ਆ। ਜਿਸ ਨੂੰ ਬਖਸ਼ੇ ਸਿਫਤ ਨਾਨਕ ਪਾਤਸ਼ਾਹੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਦੇ ਪਿਤਾ ਜੀ ਨੇ ਸਤਿਕਾਰਯੋਗ ਇੰਨਾ ਸਤਿਕਾਰ ਕੀਤਾ ਵੀ ਇਹ ਮੇਰੇ ਨਾਨਕ ਦੇ ਪਿਤਾ ਨੇ, ਇਹ ਮੇਰੇ ਬਾਬੇ ਦਾ ਪਿਓ ਹੈ। ਇਸ ਕਰਕੇ ਭਾਵਨਾ ਦੇ ਨਾਲ ਖੜੇ ਹੋ ਗਏ। ਜੀ ਆਇਆ ਆਖਿਆ ਹੈ, ਗੁਰ ਭਾਗ ਕੋ ਭਾਜਨ ਕਾਲੂ। ਕਹਿੰਦੇ ਫਿਰ ਕੀ ਬੋਲ ਨਿਕਲੇ, ਦੂਜੀ ਗੱਲ ਨਹੀਂ ਆਈ ਵੀ ਕੀ ਹਾਲ ਹੈ ਜਾਂ ਪਰਿਵਾਰ ਠੀਕ ਹੈ, ਕੀ ਛਕੋਗੇ। ਪਹਿਲਾ ਬਚਨ ਹੀ ਕਵੀ ਰਾਜ ਜੀ ਕਹਿੰਦੇ, ਅੱਖਾਂ 'ਚ ਅਥਰੂ ਤੇ ਦੋਵੇਂ ਬਾਹਾਂ ਜੁੜ ਗਈਆਂ ਤੇ ਕਹਿੰਦੇ ਜੀ ਪੂਰ ਭਾਗ ਕੋ ਭਾਜਨ ਕਾਲੂ। ਕਹਿੰਦੇ ਵੀਰੇ ਮੇਰੇ ਭਰਾ ਕਾਲੂ ਜੀ, ਕਿਉਂਕਿ ਛੋਟਾ ਹੈ ਨਾ, ਅੱਧਾ ਨਾਂ ਸਾਦੇ ਹੈ ਰਾਏ ਬਲਾਰ। ਇੱਕ ਇਹ ਵੀ ਨੋਟ ਕਰਿਓ, ਆਪਣੇ ਤੋਂ ਵੱਡੇ ਦਾ ਕਦੇ ਨਾਂ ਨਹੀਂ ਲਈਦਾ, ਛੋਟੇ ਦਾ ਨਾਂ ਲੈ ਲਈਦਾ। ਹੁਣ ਤਾਂ ਟ੍ਰੈਂਡ ਜਿਹਾ ਹੀ ਚੱਲ ਪਿਆ ਵੀ ਸਾਰੇ ਨਾਂ, ਵੈਸੇ ਮਾਫ ਕਰਿਓ ਹੁਣ ਆਪਾਂ ਬੈਠੇ ਐ, ਤੁਸੀਂ ਮੈਨੂੰ ਪਿਆਰ ਕਰਦੇ ਪਰ ਮੇਰਾ ਅੱਧਾ ਨਾਂ ਲੈਂਦੇ। ਤੁਹਾਨੂੰ ਪਤਾ ਸਾਰੇ ਤੁਸੀਂ ਮੇਰਾ ਅੱਧਾ ਨਾਂ ਮਸ਼ਹੂਰ ਕੀਤਾ। ਜਦੋਂ ਕੋਈ ਪਾਸਿਓਂ ਸਿੰਘ ਆਉਂਦਾ ਨਾ, ਉਹ ਪੂਰਾ ਨਾਂ ਲੈਂਦਾ ਕਿ ਭਾਈ ਸੁਖਦੇਵ ਸਿੰਘ ਜੀ ਕਿੱਥੇ ਮਿਲਣਗੇ। ਕਿਸੇ ਨੂੰ ਪਤਾ ਹੀ ਨਹੀਂ ਮੇਰੇ ਨਾਂ ਸੁਖਦੇਵ ਸਿੰਘ, ਅੱਧਾ ਨਾਂ ਲੈਂਦੇ। ਪਰ ਜਦੋਂ ਰਹਿਤਨਾਮੇ ਪੜਾਂਗੇ ਨਾ ਆਪਾਂ ਦਸਮ ਪਿਤਾ ਦੇ, ਮਾਰੇ ਕਹਿੰਦੇ ਜਿਹੜਾ ਸਿੱਖ ਦਾ ਅੱਧਾ ਨਾਂ ਲੈਂਦਾ ਉਹ ਤਨਖਾਈ ਆ। ਹੁਣ ਸਾਡੇ ਹੈੱਡ ਗ੍ਰੰਥੀ ਆ ਭਾਈ ਸੁਖਵਿੰਦਰ ਸਿੰਘ, ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਉਹਦਾ ਨਾਂ ਸੁਖਵਿੰਦਰ ਹੈ। ਸਾਰੇ ਅੱਧਾ ਨਾਂ ਉਹ ਵੀ ਭੈੜਾ ਜਿਹਾ ਕਰਕੇ ਲੈਂਦੇ, ਚੱਜ ਦਾ ਚੱਲ ਲੈ ਦੇਣ, ਕਿੰਨਾ ਭੈੜਾ ਜਿਹਾ ਸ਼ਬਦ ਲੱਗਦਾ। ਇਹ ਮਹਾਰਾਜ ਦੇ ਮੈਂ ਪੜ੍ਹ ਰਿਹਾ ਸੀ ਹੁਕਮ, ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤਧਾਰੀ ਸਿੱਖ ਦੂਜੇ ਸਿੱਖ ਦਾ ਅੱਧਾ ਨਾਂ ਲੈਂਦਾ ਉਹ ਤਨਖਾਈ ਆ। ਇਹ ਹੁਣ ਤਾਂ ਘਰ ਵਾਲੀ ਵੀ ਅੱਧਾ ਨਾਂ ਲੈਂਦੀ ਪਤੀ ਦਾ, ਵੈਸੇ ਪਹਿਲੀਆਂ ਤਾਂ ਲੈਂਦੀਆਂ ਹੀ ਨਹੀਂ। ਸਰਦਾਰ ਜੀ ਕਹਿੰਦੀਆਂ ਜਾਂ ਸੁਣੋ ਜੀ, ਜਾਂ ਇਹਦੇ ਪਾਪਾ ਕਹਿ ਕੇ ਇੱਦਾਂ ਉੱਦਾਂ। ਹੁਣ ਕਲਯੁਗ ਹੈ, ਹੁਣ ਤਾਂ ਪਹਿਲਾਂ ਹੀ ਆਵਾਜ਼ ਮਾਰ ਲੈਂਦੇ ਅੱਧਾ ਨਾਂ ਲੈ ਕੇ। ਹਾਂਜੀ, ਤੇ ਇਸ ਕਰਕੇ ਤੁਸੀਂ ਅਭਿਆਸੀ ਰੋਜ਼ ਕਥਾ ਸੁਣਦੇ। ਮੇਰੇ ਗੁਰੂ ਸਾਹਿਬ ਕਹਿੰਦੇ ਕਦੇ ਵੀ ਸਿੱਖ ਦਾ ਅੱਧਾ ਨਾਂ ਨਹੀਂ ਲੈਣਾ, ਪੂਰਾ ਨਾਂ ਲਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਨਾਮ ਕਰਨ ਹੋਏ ਆ। ਜੇ ਆਪਾਂ ਆਪਣੇ ਪਿਆਰੇ ਗੁਰੂ ਦੇ ਹੈੱਡ ਗ੍ਰੰਥੀ ਦਾ ਹੀ ਨਹੀਂ ਪੂਰਾ ਨਾਂ ਲਵਾਂਗੇ ਤੇ ਫਿਰ ਸਿੱਖਿਆ ਕੀ? ਕੋਈ ਪੁੱਛ ਲੇ। ਫਿਰ ਉਹ ਸਿੰਘ ਬੜਾ ਗੁੱਸਾ ਕੀਤਾ, ਉਹ ਆਏ ਸੀ ਸ਼ੰਕਰ ਤੋਂ, ਉਹਨਾਂ ਮਿਲਣਾ ਸੀ ਤੇ ਉਹਨਾਂ ਲਾਮਾ ਦਿੱਤਾ। ਕਹਿੰਦੇ ਬਾਬਾ ਜੀ ਵੀ ਇੰਨੀ ਸੰਗਤ ਜੋੜੀ ਹੈ ਤੇ ਪਰ ਤੁਹਾਡਾ ਇੰਨਾ ਕੀ ਸਤਿਕਾਰ ਹੈ ਵੀ ਤੁਹਾਡੇ ਮੁਲਾਜ਼ਮ ਵੀ ਵੇਖਿਆ ਉਹ ਵੀ ਤੁਹਾਨੂੰ ਅੱਧਾ ਨਾਂ ਲੈਣ ਦੇ, ਸੰਗਤ ਵੀ ਇੱਥੋਂ ਪਤਾ ਲੱਗਦਾ ਵੀ ਤੁਹਾਡੀ ਬਹੁਤੀ ਬਣੀ ਆ। ਮੈਂ ਕਿਹਾ ਵੀ ਇਹ ਤਾਂ ਠੀਕ ਹੈ ਭਾਈ, ਗੱਲ ਸੱਚੀ ਹੈ। ਗੁਰੂ ਸਾਹਿਬ ਦਾ ਤਰਸ ਫਿਰ ਕਹਾਣੀ ਹੁੰਦੀ ਨਾ, ਕਿਉਂਕਿ ਜਿਹੜਾ ਬਾਹਰੋਂ ਆਉਂਦਾ ਉਹ ਕਹਿੰਦਾ ਇਹ ਸਟੂਡੈਂਟ ਆ ਪੱਕੇ, ਇਹ ਰੋਜ਼ ਆਉਣ ਵਾਲੇ, ਇਹਨਾਂ ਨੂੰ ਤੇ ਤੁਹਾਡੇ ਤੋਂ ਜ਼ਿਆਦਾ ਪਤਾ ਚਾਹੀਦਾ ਮਰਜ਼ਾਦਾ ਦਾ। ਮੈਂ ਕਿਹਾ ਇਹਨਾਂ ਨੂੰ ਪਤਾ ਵਾ ਮਰਜ਼ਾਦਾ ਦਾ, ਨਹੀਂ ਉਹ ਨਹੀਂ ਕਹਿਣਾ ਔਖੋ ਸਤਨਾਮ। ਮੈਂ ਕਿਹਾ ਇਹਨਾਂ ਨੂੰ ਪਤਾ ਹੀ ਸਾਰਾ। ਕਹਿੰਦੇ ਕਾਹਦਾ? ਮੈਂ ਕਿਹਾ ਇਹਨਾਂ ਨੂੰ ਇਹ ਪਤਾ ਹੀ ਵੀ ਕੌਣ ਕਿੰਨੇ ਪੈਸੇ ਟੇਕਦਾ, ਕੌਣ ਕਿਹਦੇ ਕੋ ਖੜਾਉਂਦਾ, ਕਿਹੜਾ ਕਿੱਥੇ ਬਹਿੰਦਾ, ਇਹ ਸਾਰਾ ਪਤਾ ਹੀ ਇਹਨਾਂ ਨੂੰ। ਪਰ ਇੱਧਰਲੇ ਬੰਨੇ ਨਾ ਪੁੱਛਿਓ ਇਹਨਾਂ ਨੂੰ, ਇਹ ਖਬਰ ਜ਼ਿਆਦੀ ਰੱਖਦੇ ਆ ਥੋੜ੍ਹੀ ਜਿਹੀ, ਆਖੋ ਸਤਨਾਮ। ਤੋ ਇਸ ਕਰਕੇ ਲੇਖਾ ਦੇਣਾ ਪੈਣਾ ਮੈਨੂੰ ਆਪਦਾ, ਤੁਹਾਨੂੰ ਤੁਹਾਡਾ ਆਪਣਾ ਕੀ ਹੈ। ਪਰ ਇਹ ਬਚਨ ਹਾਸੇ 'ਚ ਨਾ ਲਿਓ, ਇਹ ਬਚਨ ਸਿਆਣਾ ਹੈ ਵੀ ਕਿਤੇ ਵੀ ਤੁਸੀਂ ਰੋਜ਼ ਕਥਾ ਸੁਣਦੇ ਅੱਧਾ ਨਾਂ ਨਹੀਂ ਲੈਣਾ ਕਿਸੇ ਦਾ। ਇਸ ਕਰਕੇ ਵੱਡਿਆਂ ਨੂੰ ਮਾਫੀ ਹੁੰਦੀ, ਪਰ ਗੁਰਸਿੱਖੀ 'ਚ ਤੇ ਕਿਸੇ ਨੂੰ ਵੀ ਨਹੀਂ ਨਾ, ਪੂਰਾ ਨਾਂ ਲੈ ਲਓ ਅਗਲੇ ਦਾ।
ਭਾਵਨਾ ਬਣਦੀ, ਕਿਉਂਕਿ ਜਿਹੜਾ ਪੱਕਾ ਸ਼ਰਧਾ ਵਾਲਾ ਜਿਹੜਾ ਮਹਾਰਾਜ ਦੀ ਕਥਾ ਕੀਰਤਨ ਸੁਣਦਾ ਹੈ ਨਾ, ਉਹ ਫਿਰ ਇਸ ਚੀਜ਼ ਨੂੰ ਕਹਿੰਦਾ ਵੀ ਇਹ ਉੱਦਾਂ ਟਾਈਮ ਪਾਸ ਕਰਨੀ ਆਉਂਦੇ, ਵੀ ਘਰੋਂ ਆ ਜਾਂਦੇ ਆ ਵੀ ਚਲੋ ਝੱਟ ਉੱਥੇ ਰੌਣਕ ਮਿਲਿਆ। ਇਹਨਾਂ ਨੇ ਸੰਗਤ ਨਹੀਂ ਕੀਤੀ, ਕਿਉਂਕਿ ਜਿਹਨੂੰ ਸੰਗਤ ਦਾ ਰੰਗ ਚੜਿਆ ਨਾ, ਉਹਦੇ 'ਤੇ ਸ਼ਰਧਾ ਇੰਨੀ ਕੁ ਪੈਦਾ ਹੋ ਜਾਂਦੀ, ਹੱਥ ਜੁੜ ਪੈਂਦੇ ਆ। ਅਗਲੇ ਕਹਿੰਦੇ ਮਹਾਂਪੁਰਖ ਕਹੋ ਮਹਾਂਪੁਰਖ, ਅਤੇ ਬਜ਼ੁਰਗ ਕਹਿੰਦੇ ਵੀ ਹੈ ਸਾਨੂੰ। ਫਤੂਹਾਲ ਤੋਂ ਬਾਪੂ ਜੀ ਬੈਠੇ ਆ, ਬਾਪੂ ਸਫਰੀ ਸਾਹਿਬ ਕੇ ਪਿਤਾ ਜੀ, ਅਤੇ ਇਹਨਾਂ ਦੀ ਮੈਂ ਸਿਫਤ ਨਹੀਂ ਕਰਦਾ, ਮੈਨੂੰ ਤਾਂ ਇਹਨਾਂ ਨੂੰ ਕਿਤੇ ਕੋਈ ਪੁੱਛੇ ਇਹਨਾਂ ਨੇ ਕਹਿਣਾ ਮਹਾਂਪੁਰਖੋ ਕਿਵੇਂ ਆ। ਅਸੀਂ ਮਹਾਂਪੁਰਖ ਨਹੀਂ, ਪਰ ਹਾਂ ਆਨੰਦ ਆ ਜਾਂਦਾ ਹੈ ਕਿ ਜਦੋਂ ਕੋਈ ਬਜ਼ੁਰਗ ਸੰਗਤ ਆਈ ਹੋਵੇ, ਅਗਲੇ ਕਹਿਣ ਤੇ ਸਹੀ, ਉਹ ਕਹਿੰਦੇ ਤੁਸੀਂ ਆਪ ਨਹੀਂ ਆਪਦੇ ਬੁਲਾਰੇ ਦਾ ਸਤਿਕਾਰ ਕਰਦੇ ਤੇ ਅਸੀਂ ਕਿੱਥੋਂ ਕਰਨਾ। ਤੁਸੀਂ ਆਪ ਅੱਧਾ ਨਾਂ ਲੱਗੇ, ਹੱਡ ਗ੍ਰੰਥੀ ਦਾ ਵੀ ਅੱਧਾ ਨਾਂ ਲੈਂਦੇ ਜੇ, ਅਤੇ ਕਥਾਵਾਚਕ ਦਾ ਵੀ ਅੱਧਾ ਨਾਂ ਲੈਂਦੇ ਜੇ। ਤੁਸੀਂ ਤਾਂ ਮਜ਼ਾਕ ਸਮਝਦੇ, ਪਦਵੀਆਂ ਮਾਰੇ ਦੀਆਂ ਦਿੱਤੀਆਂ। ਚਲੋ ਇਸ ਵੇਲੇ ਆਪਾਂ ਸੀਰੀਅਸ ਹਾਂ, ਜਦੋਂ ਆਪਾਂ ਆਮ ਪਰਿਵਾਰ 'ਚ ਉਦੋਂ ਆਮ ਆ, ਅਤੇ ਗੁਰੂ ਦੇ ਕੰਪਲੈਕਸ ਵਿੱਚ ਤਾਂ ਇੰਨੀ ਕੁ ਮਰਜ਼ਾਦਾ ਰੱਖਿਆ ਕਰੋ ਥੋੜ੍ਹੀ ਜਿਹੀ। ਤੋ ਇਸ ਕਰਕੇ ਕਹਿੰਦੇ ਨੇ ਰਾਏ ਬੁਲਾਰ ਜੀ ਨੇ ਪਿਆਰ ਦੇ ਵਿੱਚ ਆ ਕੇ ਆਖਿਆ, ਕਹਿੰਦੇ ਮਹਿਤਾ ਕਾਲੂ ਜੀ ਤੁਹਾਡੇ ਬੜੇ ਹੀ ਵੱਡੇ ਭਾਗ ਹੈ, ਤੁਹਾਡੇ ਬਹੁਤ ਹੀ ਵੱਡੇ ਭਾਗ। ਉਹ ਅੱਗੇ ਕਲਪਿਆ ਪਿਆ ਸੀ, ਚਾਹ ਨਹੀਂ ਪੁੱਛਿਆ, ਪਾਣੀ ਨਹੀਂ ਪੁੱਛਿਆ, ਅਤੇ ਕਿਉਂਕਿ ਉਹਨੂੰ ਪਿਆਰ ਸੀ ਨਾ, ਉਹ ਤਾਂ ਕਿਸੇ ਰਸ ਨਾਲ ਭਰਿਆ ਪਿਆ ਸੀ, ਉੱਥੋਂ ਵੇਖ ਕੇ ਆਇਆ ਸੀ ਬਾਬੇ ਨਾਨਕ ਨੂੰ। ਹੁਣ ਜਿਹਦੇ ਅੰਦਰ ਪਿਆਰ ਹੈ, ਉੱਥੋਂ ਚੋਪੜੀ ਜੇ ਰਿਹਾ ਜਾਂਦਾ, ਉਹਦੇ ਅੰਦਰੋਂ ਨਿਕਲ ਜਾਂਦੇ ਬਚਨ। ਔਰ ਕਹਿੰਦੇ ਹਨ ਕਿ ਤੂੰ ਧੰਨ ਹੈ ਮਹਿਤਾ ਕਾਲੂ, ਤੇਰੇ ਘਰ ਰੱਬ ਆਇਆ ਹੋਏ, ਤੇਰੇ ਘਰ ਰੱਬ ਨੇ ਆਉਣਾ ਕੀਤਾ। ਔਰ ਕਹਿੰਦੇ ਮੈਨੂੰ ਮਾਫ ਕਰੀ, ਤੂੰ ਛੋਟਾ ਹੈ, ਭਾਵੇਂ ਪਟਵਾਰੀ ਹੈ, ਪਰ ਮੈਂ ਤੇਰਾ ਸਤਿਕਾਰ ਬੜਾ ਕਰਦਾ। ਵੇਖੋ ਰਾਏ ਬੁਲਾਰ ਕਹਿ ਰਿਹਾ, ਸਾਰੇ ਹੈਰਾਨ ਹੈ ਵੀ ਬਣ ਕੀ ਦਿਆ, ਇੱਕ ਰਾਜਾ ਹੋਵੇ ਤੇ ਇੱਕ ਪਟਵਾਰੀ ਦੇ ਸਾਹਮਣੇ ਮਿੰਨਤਾਂ ਜੀਆਂ ਕਰੇ, ਪਰ ਉਹਦੇ ਪਿੱਛੇ ਪਿਆਰ ਸੀ ਨਾ, ਮੁਹੱਬਤ ਸੀ। ਇਹ ਨਹੀਂ ਹੁੰਦਾ ਵੀ ਕੋਈ ਤੁਹਾਡੇ ਤੋਂ ਡਰ ਕੇ ਤੁਹਾਡਾ ਸਤਿਕਾਰ ਕਰਦਾ, ਦਿਲੋਂ ਵੀ ਹੋ ਸਕਦਾ। ਕਈ ਵਾਰ ਮੇਰੇ ਵਰਗੇ ਨੂੰ ਕੋਈ ਪਿਆਰ ਨਾਲ ਬੁਲਾ ਲੇ ਤੇ ਹੰਕਾਰ ਚੜ੍ਹ ਜਾਂਦਾ ਵੀ ਮੈਂ ਕਥਾਵਾਚਕ ਹੈ, ਖਰੇ ਤਾਂ ਹੀ ਬੁਲਾਉਂਦੇ। ਮਾਰੇ ਕਹਿੰਦੇ ਇੱਥੇ ਸੁੱਟੂਗਾ ਜਿੱਥੇ ਪਾਣੀ ਨਾ ਕੋਈ ਦਵੇ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ, ਮਾਰੇ ਨੇ ਕਿਹਾ ਜੋ ਜਾਣੈ ਮੈਂ ਜੋਬਨਵੰਤ, ਆਪਸ ਕੋ ਕਰਮਵੰਤ ਕਹਾਵੇ, ਧਨ ਭੂਮਿਕਾ ਜੋ ਸੋ ਮੂਰਖ। ਕਹਿੰਦੇ ਕਰ ਕਿਰਪਾ, ਕਹਿੰਦੇ ਜਿਹਦੇ ਅੰਦਰ ਹਿਰਦੇ 'ਚ ਨਿਮਰਤਾ ਨਾ, ਭਾਵੇਂ ਕਰੋੜਾਂ ਦਾ ਮਾਲਕ ਹੈ, ਪਰ ਇੱਦਾਂ ਹੀ ਹੱਥ ਰਹਿੰਦੇ ਤੇ ਨੀਵਾਂ ਸਿਰ ਰੱਖਦਾ, ਇਹਾਂ ਮੁਕਤ ਕਹਿੰਦੇ ਉਹਨੂੰ ਸੁੱਖ ਹੀ ਸੁੱਖ ਦਰਗਾਹ ਤੇ ਇੱਥੇ ਵੀ ਆਨੰਦ ਆਵੇਗਾ। ਕਹਿੰਦੇ ਅੱਜ ਫਿਰ ਬੋਲ ਹੀ ਦਿੱਤਾ ਰਾਏ ਜੀ ਨੇ, ਕਹਿੰਦਾ ਮੇਰੀ ਗੱਲ ਸੁਣ ਲਾ ਪਟਵਾਰੀ, ਤੂੰ ਮੇਰਾ ਛੋਟਾ ਭਰਾ ਹੈ ਤੇ ਅੱਜ ਮੈਨੂੰ ਬੋਲਣ ਦੇ, ਗੁੱਸਾ ਨਾ ਕਰੀ। ਮਹਿਤਾ ਕਲਿਆਣ ਦਾਸ ਹੁਣ ਉਹਦੇ ਅੱਗੇ ਥੋੜ੍ਹਾ ਬੋਲਣਾ ਸੀ, ਰਾਜਾ ਸੀ। ਕਹਿੰਦੇ ਜੀ ਦੱਸੋ, ਕਹਿੰਦਾ ਕੌੜਾ ਨਾ ਬੋਲਿਆ ਕਰ, ਮੇਰੀ ਧਿਆਨ ਨਾਲ ਗੱਲ ਸੁਣ ਲਾ, ਆਪਣੀ ਜ਼ੁਬਾਨ ਸੰਭਾਲ ਲਾ। ਤੂੰ ਬਹੁਤ ਮਾੜਾ ਬੋਲਦਾ ਮੇਰੇ ਨਾਨਕ ਨੂੰ, ਤੇ ਤੂੰ ਸਿਆਣਿਆਂ ਵਾਲੀ ਗੱਲ ਕਰਿਆ ਕਰ। ਅੱਜ ਤੋਂ ਬਾਅਦ ਤੇਰੇ ਮੂੰਹ 'ਚੋਂ ਮੈਂ ਕੌੜਾ ਬੋਲ ਨਹੀਂ ਸੁਣਨਾ, ਨਹੀਂ ਤੇ ਸਜ਼ਾ ਦੇ ਦੂੰਗਾ। ਰਾਜਾ ਸੀ ਨਾ, ਪਾਵਰ ਚੱਲਦੀ ਸੀ। ਐਸੇ ਬਚਨ ਕੀਤੇ ਹਨ ਤੇ ਕਹਿੰਦੇ ਪਟਵਾਰੀ ਸਾਹਿਬ ਹੁਣ ਕੀ ਬੋਲਣਾ ਸੀ, ਰਾਜਾ ਸੀ। ਕਹਿੰਦੇ ਜੀ 7 ਬਚਨ ਢਿੱਲਾ ਜਿਹਾ ਬੋਲੇ, ਤੇ ਅੱਗੋਂ ਬੋਲੇ ਰਾਏ ਬੁਲਾਰ, ਕਹਿੰਦੇ ਗੁੱਸਾ ਵੀ ਨਾ ਕਰ ਲਈ ਮੇਰੀਆਂ ਗੱਲਾਂ ਦਾ। ਬੋਲਦੇ ਨਹੀਂ ਜੇ, ਮੈਨੂੰ ਪਤਾ ਤੁਸੀਂ ਕਰਦੇ ਤਾਈਓ ਤੇ ਬੋਲਦੇ ਨਹੀਂ। ਮੈਂ ਅੱਜ ਗੱਲ ਕਹੀ ਹੋਵੇ ਨਾ, ਕਈ 20-20 ਦਿਨਾਂ ਬਾਅਦ ਕਹਿਣਗੇ ਬਾਬਾ ਤੂੰ ਇੱਦਾਂ ਕਿਹਾ, ਪਤਾ ਨਹੀਂ ਕਿਹੜੇ ਰੱਖਣੇ 'ਚ ਰੱਖ ਛੱਡਦੇ, ਮਰ ਜਾਣੇ ਹੋ, ਇੱਥੇ ਸੁੱਟ ਜਿਆ ਕਰੋ। ਜਿਹੜੀ ਕਥਾ ਹੁੰਦੀ ਉਹ ਤੇ ਜਦੋਂ ਉੱਠਦੇ ਨਾ ਇੱਦਾਂ ਝੱਗਾ ਝਾੜਦੇ ਤੇ ਇੱਥੇ ਸੁੱਟ ਜਾਂਦੇ ਆ, ਪਰ ਜਿਹੜੀ ਕੋਈ ਗੱਲ ਕਹਿ ਕੋ ਦੇਈਦੀ 2 ਮਹੀਨਿਆਂ ਬਾਅਦ ਵੀ ਦੱਸ ਦਿੰਦੇ, ਬਾਬਾ ਤੂੰ ਕਥਾ 'ਚ ਇੱਦਾਂ ਕਿਹਾ ਸੀ। ਤੋ ਕਹਿੰਦੇ ਫਿਰ ਰਾਏ ਬੁਲਾਰ ਜੀ ਕਹਿੰਦੇ ਪਟਵਾਰੀ ਸਾਹਿਬ ਗੁੱਸਾ ਨਾ ਕਰੀ। ਕਹਿੰਦਾ ਜੀ ਨਹੀਂ ਤੁਸੀਂ ਵੱਡੇ ਆ, ਕਹਿੰਦੇ ਸੱਚ ਦੱਸਾਂ ਤੇ ਇਹ ਸਦਕਾ ਕਰ ਇਹ ਮਮ ਨਗਰੀ। ਕਹਿੰਦੇ ਮੈਨੂੰ ਮਾਫ ਕਰੀ, ਮੈਂ ਉੱਚੀ ਬੋਲਿਆ, ਪਟਵਾਰੀ ਹੈ ਤੂੰ ਇਲਾਕੇ ਦਾ, ਪਰ ਤੇਰੇ ਨਾਨਕ ਕਰਕੇ ਨਾ ਮੇਰੀ ਨਗਰੀ ਵਸਦੀ ਹੈ। ਮੇਰਾ ਦਿਲ ਕਹਿੰਦਾ ਵੀ ਆ ਜਿਹੜਾ ਮੇਰਾ ਐਡਾ ਵੱਡਾ ਪਿੰਡ ਹੈ ਨਾ,
34-35 ਹਜ਼ਾਰ ਕਿੱਲੇ ਦਾ ਮੈਂ ਮਾਲਕ। ਕਹਿੰਦੇ ਇਹ ਸਾਰਾ ਕੁਝ ਤੇਰੇ ਨਾਨਕ ਤੇ ਮੇਰੇ ਨਾਨਕ ਕਰਕੇ ਵਸਦਾ ਹੈ। ਰਾਵਣ ਹੋਤ ਬਸਤ ਸੁਖ ਸਗਰੀ। ਕਹਿੰਦੇ ਜਿੱਧਰ ਦੀ ਮੈਂ ਜਾਣਾ ਮੈਨੂੰ ਨਾਨਕ ਨਾਨਕ ਹੀ ਸੁਣਦਾ ਹੈ ਮੇਰੀ ਨਗਰੀ ਦੇ ਵਿੱਚੋਂ। ਨ ਕੀਜੈ ਕਬੈ ਅਨਾਦਰ। ਕਹਿੰਦੇ ਇਸ ਕਰਕੇ ਭਾਵੇਂ ਗੁੱਸਾ ਕਰੀ ਤੇ ਭਾਵੇਂ ਮੇਰਾ ਪਿਆਰ ਸਮਝੀ, ਭੁੱਲ ਕੇ ਵੀ ਮੇਰੇ ਨਾਨਕ ਦਾ ਕਦੇ ਅਨਾਦਰ ਨਾ ਕਰੀ। ਅਸਨ ਬਸਨ ਦੀਜੈ ਸੁਖ ਸਾਦਰ। ਕਹਿੰਦੇ ਉਹਨੂੰ ਵਧੀਆ ਬਸਤਰ ਬਣਾ ਕੇ ਦੇਈਂ ਤੇ ਸੋਹਣਾ ਭੋਜਨ ਦੇਈਂ, ਕਦੇ ਵੀ ਮੇਰੇ ਨਾਨਕ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ। ਜਾਨਾ ਮੋਹਿਤ ਰੁਕ ਕੋ ਆਹੀ। ਕਹਿਣ ਲੱਗੇ ਨਾਲ ਹੀ ਰੋ ਪਿਆ। ਤੇ ਪਟਵਾਰੀ ਸਾਹਿਬ ਕਹਿੰਦੇ ਰਾਏ ਬੁਲਾਰ ਤੂੰ ਰੋਇਆ ਕਾਤੋਂ? ਕਹਿੰਦਾ ਰੋਂਦਾ ਇਸ ਕਰਕੇ ਆ ਕਿ ਮੈਂ ਮੁਸਲਮਾਨ ਹੈ, ਮੇਰਾ ਜਨਮ ਇੱਕ ਮੁਸਲਮਾਨ ਦੇ ਘਰ ਹੋਇਆ ਹੈ। ਭੋਜਨ ਬਨੈ ਨ ਮਮ ਕਰਮਾਹੀ। ਕਹਿੰਦੇ ਇਸ ਕਰਕੇ ਤੁਸੀਂ ਬ੍ਰਾਹਮਣ ਆ, ਅਸੀਂ ਮੁਸਲਮਾਨ ਆ, ਤੇ ਤੁਹਾਡੀ ਰੀਤੀ ਹੋਰ ਆ ਸਾਡੀ ਹੋਰ ਆ। ਜੇ ਮੇਰਾ ਵਸ ਚੱਲਦਾ ਹੋਵੇ ਨਾ ਤੇ ਮੈਂ ਬਾਬੇ ਨਾਨਕ ਨੂੰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਛਕਾਵਾਂ, ਕਿਉਂਕਿ ਉਸ ਵੇਲੇ ਇਹਨਾਂ ਚੀਜ਼ਾਂ ਦਾ ਬੜਾ ਜ਼ੋਰ ਸੀ। ਸ਼ੂਦਰ ਨੂੰ ਚੌਂਕੇ 'ਚ ਨਹੀਂ ਸੀ ਬਹਾਉਂਦੇ, ਲੋਕੀ ਬਾਹਰ ਬਹਾਉਂਦੇ ਸੀ। ਕਈ ਗੱਲਾਂ ਵੈਸੇ ਸਹੀ ਵੀ ਸੀ, ਮਾਫ ਕਰਿਓ। ਜਦੋਂ ਭਈਆ ਤੁਹਾਡੀ ਰਸੋਈ 'ਚ ਵੜਨ ਲੱਗ ਪਿਆ ਤੇ ਫਿਰ ਹਿਸਾਬ ਲਾਓ ਖਤਰਾ ਹੀ ਹੈ। ਤੇ ਅੱਜ ਬਹੁਤਿਆਂ ਦੇ ਘਰਾਂ ਦਾ ਗੁੱਸਾ ਨਾ ਕਰਿਓ, ਅਸੀਂ ਭੂਏ ਇੰਨੇ ਚੜਾਤੇ ਨਾ, ਉਹ ਆਪ ਅਸੀਂ ਛੱਡਤਾ ਸਭ ਕੁਝ। ਭਈਆ ਹੀ ਦੁੱਧ ਚੋਵੇ, ਭਈਆ ਹੀ ਰਸੋਈ 'ਚ ਰੱਖੇ, ਭਈਆ ਦੋਧੀ ਨੂੰ, ਭਈਆ ਹੀ ਬੈਂਕ ਜਾਵੇ, ਭਈਆ ਹੀ ਬਿੱਲ ਤਾਰ ਕੇ ਆਵੇ। ਤੇ ਕਈ ਤੇ ਏਡੇ ਨਕੰਮੇ, ਗੁੱਸਾ ਨਾ ਕਰਿਓ, ਕਹਿਣਗੇ ਭਈਆ ਆ ਲੈ ਜੀ ਕੁੜੀਆਂ ਨੂੰ ਬਾਜ਼ਾਰ, ਗੱਡੀਆਂ ਸਿਖਾਈਆਂ, ਆ ਮੰਜਕੀ ਵੱਲ ਜਾਈਏ ਨਾ ਇੱਧਰ ਉੱਧਰ ਮੁੰਡੇ ਤਾਂ ਬਾਹਰ ਹੈ, ਕਹਿਣਗੇ ਆ ਲੈ ਜਾਓ ਭਈਏ ਨੂੰ ਬਾਜ਼ਾਰ, ਜੋ ਲੈਣਾ ਲੈ ਆਓ। ਮਾਫ ਕਰਿਓ, ਜਿਹੋ ਜੀ ਕਿਸੇ ਦੀ ਹਸਤੀ ਉਹਨੂੰ ਉੱਥੇ ਰੱਖਣਾ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਫਿਰ ਬਾਅਦ 'ਚ ਆਪਾਂ ਕਿਨੇ ਸਾਰਾ ਪਰਿਵਾਰ ਮਾਰਤਾ, ਫਿਰ ਮਾਰਨਾ ਹੀ ਹੈ, ਕਿਉਂਕਿ ਉਹ ਤੁਹਾਡੇ ਥੋੜਾ ਬਣ ਜਾਣੇ ਹੈ, ਉਹਨਾਂ ਦੀ ਜਿੰਸ ਉਹਨਾਂ ਦੀ ਰਹਿਣੀ ਹੈ। ਬਾਬੇ ਤੇ ਬਾਬਰ ਕੇ ਹੈ ਨਾ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਰੋਟੀ ਤੇ ਬੇਟੀ, ਇਹਨਾਂ ਚੀਜ਼ਾਂ ਦਾ ਮੇਰੇ ਸਿੱਖੋ ਖਿਆਲ ਰੱਖਣਾ ਹੈ। ਰੱਖੋ ਸਾਦਰ ਨਿਜ ਸਤਮਾ। ਕਹਿੰਦੇ ਨਾਲੇ ਰੋਈ ਜਾਂਦਾ ਰਾਏ ਬੁਲਾਰ, ਕਹਿੰਦਾ ਪਟਵਾਰੀ ਸਾਹਿਬ ਮੇਰਾ ਵਸ ਨਹੀਂ ਚੱਲਦਾ, ਤੁਹਾਡੇ ਬ੍ਰਾਹਮਣਾਂ ਨੇ ਮੈਨੂੰ ਬਖਸ਼ਣਾ ਨਹੀਂ, ਨਹੀਂ ਤੇ ਮੈਂ ਬਾਬੇ ਨਾਨਕ ਨੂੰ ਆਪਦੇ ਘਰੇ ਹੀ ਲੈ ਆਵਾਂ। ਆਖੋ ਸਤਨਾਮ ਸ੍ਰੀ। ਤੁਸੀਂ ਵੀ ਆਖਿਆ ਕਦੇ ਬਾਬਾ ਨਾਨਕ ਸਾਡੇ ਘਰ ਆਵੇ? ਨਹੀਂ ਨਹੀਂ, ਆਪਾਂ ਆਖੀਦਾ ਬਾਬਾ ਮੈਨੂੰ ਸਾਰਾ ਕੁਝ ਘਰੇ ਭੇਜ ਦੇ, ਜੋ ਮੈਂ ਤੇਰੇ ਘਰ ਅਰਦਾਸ ਕੀਤੀ, ਤੂੰ ਨਹੀਂ ਆਉਣਾ, ਕਿਉਂਕਿ ਤੂੰ ਨਹੀਂ ਆਉਣਾ, ਮੈਂ ਤੈਨੂੰ ਨਹੀਂ ਮੰਗਦਾ, ਮੈਨੂੰ ਤੇ ਦਾਤਾਂ ਹੀ ਚਾਹੀਦੀਆਂ, ਦਾਤ ਪਿਆਰੀ। ਇਹ ਮੈਂ ਤਾਂ ਕਿਹਾ, ਕਈਆਂ ਨਾਲ ਮੇਰਾ ਵਾਹ ਪੈਂਦਾ ਵੀ ਜਦੋਂ ਅਰਦਾਸਾਂ ਕਰਾਈਆਂ ਸੀ ਨਾ, ਉਦੋਂ ਕਹਿੰਦੇ ਸੀ ਮਹਾਰਾਜ ਤੇਰੇ ਚਰਨ ਪਵਾਵਾਂਗੇ, ਤੇ ਜਦੋਂ ਬੱਚੇ ਪੱਕੇ ਹੋਏ ਫਿਰ ਪੈਸੇ ਆਏ ਤੇ ਚਰਨ ਨਹੀਂ ਪਵਾਏ, ਡੀਜੇ ਲਾਏ। ਤੇ ਪੁੱਛਿਆ ਵੀ ਤੁਸੀਂ ਇਹ ਕੀ ਕੀਤਾ, ਵੀ ਸੁਖਮਣੀ ਸਾਹਿਬ ਹੀ ਕਰਾ ਲੈਂਦੇ। ਕਹਿੰਦੇ ਜੀ ਫਿਰ ਮੀਟ ਸ਼ਰਾਬ ਸੀ, ਰਿਸ਼ਤੇਦਾਰ ਗੁੱਸੇ ਹੁੰਦੇ ਸੀ, ਅਸੀਂ ਸੋਚਿਆ ਵੀ ਚਲੋ ਸਿਆਲ 'ਚ ਅਖੰਡ ਪਾਠ ਕਰਾਵਾਂਗੇ, ਪਹਿਲ ਦੇਤੀ ਫਿਰ ਉਹਨਾਂ ਨੂੰ, ਤੇ ਬਾਬਾ ਫੇਰ ਪਿੱਛੇ ਰਹਿ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਮਜੋਗ। ਪਰ ਰਾਏ ਬੁਲਾਰ ਕਹਿੰਦਾ ਮੇਰਾ ਵਸ ਚੱਲੇ ਤੇ ਮੈਂ ਬਾਬੇ ਨਾਨਕ ਨੂੰ ਆਪਣੇ ਘਰੇ ਰੱਖ ਲਵਾਂ। ਸੁਫਲ ਜਨਮ ਸੇਵੇ ਪਦ ਪਦਮਾ। ਕਹਿੰਦੇ ਸੱਚੀ ਜਾਣੀ ਮੇਰਾ ਜਨਮ ਹੀ ਸਫਲਾ ਹੋ ਜਾਵੇ। ਕੋਸ਼ਿਸ਼ ਸੁੰਦਰ ਦੇਉ ਬਨਵਾਈ। ਹਾਂਜੀ ਲੈ ਜਾਵ ਕਾਲੂ ਬਹਿਰਾਈ। ਕਹਿੰਦੇ ਉਸ ਵੇਲੇ ਬੜੀ ਸੋਹਣੀ ਪੋਸ਼ਾਕ, ਬੜੀ ਮਹਿੰਗੀ ਰਾਏ ਬੁਲਾਰ ਜੀ ਨੇ ਅੰਦਰੋਂ ਮੰਗਾਈ, ਤੇ ਕਹਿੰਦੇ ਲਓ ਪਟਵਾਰੀ ਸਾਹਿਬ ਮੇਰੇ ਨਾਨਕ ਨੂੰ ਜਾ ਕੇ ਭੇਟਾ ਕਰ ਦਿਓ। ਜੋ ਆਵੇ ਤਨ ਕਾਜ ਪਦਾਰਥ, ਸੋ ਮੈਂ ਗਨੇ ਹੂੰ ਭਇਓ ਸਖਾਰਤ। ਕਹਿੰਦੇ ਤੂੰ ਕਦੇ ਨਹੀਂ ਮਾੜਾ ਬੋਲਣਾ, ਜਿੰਨਾ ਮਾਇਆ ਚਾਹੀਦੀ, ਜਿੰਨੇ ਕੱਪੜੇ ਚਾਹੀਦੇ, ਜਾ ਮੇਰੇ ਘਰੋਂ ਲੈ ਜਾ, ਜਾ ਮੈਂ ਤੈਨੂੰ ਦੇ ਦਿੰਦਾ ਏ। ਤੇ ਸਾਧ ਸੰਗਤ ਜੀ ਕਿਤੇ ਅੱਜ ਤੁਸੀਂ ਇੰਨਾ ਕੁ ਸੋਚਿਆ ਹੁੰਦਾ ਆਪਾਂ ਸਵਰਗ 'ਚ ਚਲ ਜਾਂਦੇ। ਬੜੇ ਬੜੇ ਕੌਮ ਦੇ ਹੀਰੇ ਗ੍ਰੰਥੀ ਰਾਗੀ ਢਾਡੀ ਜਿਹੜੇ ਅੱਜ ਛੱਡ ਗਏ ਇਸ ਚੀਜ਼ ਨੂੰ। ਪਤਾ ਕਿਉਂ? ਮੈਂ ਕਹਿੰਦਾ ਵੀ ਪਤਾ ਨਹੀਂ ਕੀ ਹੋ ਗਿਆ ਦੁਨੀਆ ਨੂੰ। ਅੱਜ ਸਾਰਾ ਪਿੰਡ ਆਪਣਾ ਵਲੈਤੀਆਂ ਦਾ ਮੰਨਦੇ ਤੁਸੀਂ? ਹਰ ਘਰ 'ਚੋਂ ਇੱਕ ਬੱਚਾ NRI ਹੈ,
ਤੇ ਚਲੋ ਤੁਸੀਂ ਜ਼ਿਆਦਾ ਨਾ ਲਾਓ, 50,000 ਰੁਪਈਆ ਬਾਹਰ ਬਣਦਾ। ਮੈਂ ਛੇਤੀ ਲਾਗੇ ਡਿੱਗ ਪਿਆ, 50,000 ਰੁਪਈਆ ਬਣਦਾ ਬਾਹਰ, ਤੇ ਸਾਰਾ ਪਿੰਡ NRI ਹੈ, ਤੇ ਇੱਕ ਘਰ ਨੂੰ 1,000 ਰੁਪਈਆ ਲਾਓ, ਇੱਕ ਘਰ ਨੂੰ। ਤੇ ਪਿੰਡ ਦੇ ਵਿੱਚ 50 ਘਰ ਤੇ ਹੋ ਹੀ ਜਾਣੇ ਸਹੀ ਜੀ, ਨਿੱਕੇ ਪਿੰਡ 'ਚ ਕਿੰਨੇ ਬਣ ਗਏ? 50,000 ਬਣ ਗਿਆ ਨਾ। 50,000 ਦੇ ਵਿੱਚ ਕਥਾਵਾਚਕ ਵੀ ਟੌਪ ਦਾ, ਤੇ ਰਾਗੀ ਸਿੰਘ ਵੀ, ਤੇ ਗ੍ਰੰਥੀ, ਤਿੰਨੇ ਟੌਪ ਦੇ ਆ ਸਕਦੇ। ਰੋਜ਼ ਆਸਾ ਦੀ ਵਾਰ ਦਾ ਕੀਰਤਨ ਹੋਵੇ, ਰੋਜ਼ ਕਥਾ ਹੋਵੇ, ਤੇ ਨਿਤਨੇਮ ਸਿੰਘ ਕਰੇ। ਮੁਸ਼ਕਲ ਆ, ਨਹੀਂ ਹੋਣਾ, ਕਦੇ ਨਹੀਂ ਹੋਣਾ। ਸੱਚ ਹੈ, ਤਰਾਸਦੀ ਸਾਡੀ ਵੀ ਜਿਹੜਾ ਗ੍ਰੰਥੀ ਸਵੇਰੇ ਉੱਠ ਕੇ 4 ਵਜੇ ਸਾਰੇ ਪਿੰਡ ਦੀ ਸੁੱਖ ਮੰਗਦਾ ਏ, ਆਪ ਦੁਖੀ ਹੈ। ਆਪ ਉਹ ਕਈ ਫਫਾ ਲੈ ਕੇ ਮਰ ਗਏ ਗੁਰਦੁਆਰਿਆਂ 'ਚ, ਵੇਖੀ ਵੀਡੀਓ। ਇਹ ਬੜੀ ਸੋਚਣ ਵਾਲੀ ਗੱਲ ਹੈ ਵੀ ਹਰ ਘਰ 'ਚੋਂ ਇੱਕ ਬੱਚਾ ਬਾਹਰ ਹੈ, ਤੇ ਮਹੀਨੇ ਦਾ 1,000 ਰੁਪਈਆ ਕਿੰਨਾ ਕੁ ਹੈ? ਇੰਨੇ ਦੇ ਤੇ ਬੀਬੀਆਂ ਗੋਲ ਗੱਪੇ ਖਾ ਜਾਈਦੇ ਲੋਈਆਂ ਜਾ ਕੇ। ਕਿਤੇ 2-4 ਭੈਣ ਭਰਾ ਹੋਣ ਤੇ ਉੱਥੇ ਬਹਿ ਜਾਈਏ ਜਾ ਕੇ, ਤੇ 5-6 ਹਜ਼ਾਰ ਖਾ ਜਾਈਦਾ। ਪਰ ਕਦੇ ਨਹੀਂ ਅਸੀਂ ਸੋਚਿਆ ਵੀ ਸਾਡਾ ਪਿੰਡ ਸਵਰਗ ਬਣਾਉਣਾ ਹੈ। ਤਕੜੇ ਹੋ ਕੇ ਕਿੱਡੀ ਕੁ ਗੱਲ, ਹਰ ਘਰ ਕਵੇ ਲੈ ਮੇਰਾ 1,000 ਰੁਪਈਆ, ਉਹਨਾਂ ਤੇ ਦਸਵੰਧ ਹੀ ਬਣਦਾ। ਮੇਰੀ ਗਰੀਬ ਦੀ 10,000 ਤਨਖਾਹ ਹੈ, ਤੇ ਮੇਰਾ 1,000 ਦਸਵੰਧ ਹੈ ਮਹੀਨੇ ਦਾ। ਤੇ ਕੀ ਹੋਇਆ ਤੁਹਾਨੂੰ? ਇੰਨਾ ਰੱਬ ਨੇ, ਪਰ ਇਸ ਪਾਸੇ ਧਿਆਨ ਨਹੀਂ ਹੈ। ਕਈ ਪਿੰਡਾਂ 'ਚ ਜਿੰਦਰੇ ਲਾਗੇ ਗੁਰੂ ਘਰ ਬੰਦ ਪਏ, ਲੱਭਦੇ ਫਿਰਦੇ ਆ ਵੀ ਲੱਭ ਜੇ ਭਾਈ ਕੋਈ ਗ੍ਰੰਥੀ ਹੋਵੇ ਆਵਾਜ਼ ਦੇ ਦੇ। ਇਸ ਕਰਕੇ ਰਾਏ ਬੁਲਾਰ ਜੀ ਕਹਿੰਦੇ, ਪਟਵਾਰੀ ਸਾਹਿਬ ਇਹ 'ਚ ਕੋਈ ਸ਼ੱਕ ਨਹੀਂ, ਮੈਨੂੰ ਪਤਾ ਤੂੰ ਬੰਦਾ ਥੋੜ੍ਹਾ ਜਿਹਾ ਲਾਲਚੀ ਹੈ, ਪਰ ਅੱਜ ਤੋਂ ਬਾਅਦ ਜਿੰਨਾ ਖਰਚਾ ਗੁਰੂ ਨਾਨਕ ਦਾ, ਪੜਦੇ ਨਾ ਕੇ ਮੇਰੇ ਘਰੋਂ ਲੈ ਜਾ ਕਰ, ਕਿਉਂਕਿ ਮੇਰਾ ਤੇ ਜੀ ਕਰਦਾ ਮੈਂ ਨਾਨਕ ਨੂੰ ਘਰੇ ਹੀ ਲੈ ਆਵਾਂ। ਪਰ ਮਾਹੌਲ ਇੱਦਾਂ ਦਾ ਹੈ ਵੀ ਮੈਂ ਮੁਸਲਮਾਨਾਂ ਦਾ ਹੈ, ਮੇਰਾ ਜਨਮ ਮੁਸਲਮਾਨ ਦੇ ਘਰ ਹੋਇਆ, ਮੈਂ ਮੁਸਲਮਾਨ ਹੈ। ਜੇ ਕਿਤੇ ਮੈਂ ਵੀ ਖੱਤਰੀ ਹੁੰਦਾ ਤੇ 1 ਮਿੰਟ ਨਾ ਲਾਉਂਦਾ, ਕਿਉਂਕਿ ਉਹਨੇ ਵੇਖ ਲਿਆ ਬਾਬੇ ਦਾ ਸਾਰਾ ਦਰ ਕਰ ਵੀ ਇਹ ਕੌਣ ਹਨ। ਸੁਨ ਬੁਲਾਰ ਕੀ ਅਸਬਿਦ ਬਾਨੀ, ਸ਼ਰਧਾ ਪ੍ਰੇਮ ਵਿਖੈ ਲਪਟਾਨੀ। ਕਹਿੰਦੇ ਜਦੋਂ ਸ਼ਰਧਾ ਵੇਖੀ ਤੇ ਪਟਵਾਰੀ ਸਾਹਿਬ ਹੈਰਾਨ ਹੋਈ ਜਾਂਦੇ ਵੀ ਮੈਂ ਦੁਖੀ ਆ, ਮੇਰਾ ਪੋਤਾ ਉਹ, ਤੇ ਆ ਜਿਹੜਾ ਰਾਜਾ ਤਲਵੰਡੀ ਦਾ, ਇਹ ਉਹਦੇ ਨੂੰ ਮੱਥਾ ਟੇਕੀ ਜਾਂਦਾ ਵੀ ਮੇਰੇ ਘਰ 'ਚੋਂ ਰਹਿੰਦਾ, ਮੈਨੂੰ ਗੁੱਸਾ ਚੜ੍ਹਦਾ ਵੇਖ ਕੇ, ਮੈਨੂੰ ਕੁੱਟ ਘੱਤਾਂ ਫੜ ਕੇ। ਪਰ ਇਹਨੇ ਕੀ ਵੇਖ ਲਿਆ ਮੇਰੇ ਨਾਨਕ ਵਿੱਚ? ਇਹ ਅੱਜ ਕਹਿੰਦਾ ਸਾਰਾ ਖਰਚਾ ਹੀ ਮੇਰੇ ਘਰੋਂ ਲੈ ਜਾ ਕਰ। ਅੱਜ ਸਭ ਤੋਂ ਅੱਜ ਵੀ ਕਈ ਸਿੰਘ ਬੈਠੇ ਆ ਜੀ, ਜਿਹੜੇ ਕੱਲੇ ਕੱਲੇ ਇੱਦਾਂ ਦੇ ਪਰਿਵਾਰ ਹੈ, ਕਹਿੰਦੇ ਗ੍ਰੰਥੀ ਦੀ ਸਾਰੀ ਜ਼ਿੰਮੇਵਾਰੀ ਸਾਡੀ। ਕਈ ਪਿੰਡਾਂ 'ਚ ਮੈਂ ਵੇਖਿਆ, ਉਹਨਾਂ ਦਾ ਇੱਕੋ ਹੀ ਪਿੰਡ ਦਾ ਘਰ ਹੈ NRI, ਕਹਿੰਦੇ ਸਾਰਾ ਕੁਝ ਅਸੀਂ ਦੇਵਾਂਗੇ, ਸਾਰਾ ਪਿੰਡ ਮੱਥਾ ਟੇਕੇ, ਤੁਹਾਡੀ ਸ਼ਰਧਾ ਜੋ ਮਰਜ਼ੀ। ਇੱਥੇ ਵੀ ਸੰਗਤਾਂ ਬੈਠੀਆਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬੜੀਆਂ ਬੜੀਆਂ ਰੂਹਾਂ ਬੈਠੀਆਂ। ਕਿੱਡੀ ਕੁ ਗੱਲ ਹੈ, ਜਿਹੜੇ ਬੰਦੇ ਨੂੰ ਮਹੀਨੇ ਦਾ 5 ਲੱਖ ਇਨਕਮ ਹੈ, ਉਹਦੇ ਵਿੱਚੋਂ 5,000, ਤੇ ਮੇਰੇ ਖਿਆਲ ਜੇ 5 ਲੱਖ ਹੈ ਤੇ ਉਹਦੇ ਵਿੱਚੋਂ 50,000 ਦਸਵੰਧ ਬਣਦਾ। ਲੱਖ ਦਾ 10,000 ਨਿਕਲਣਾ ਨਾ, ਗੁਰੂ ਨਾਨਕ ਨੇ ਤੁਹਾਨੂੰ ਦਸਵੰਧ ਕਿਹਾ। ਇਸ ਕਰਕੇ ਥੋੜ੍ਹਾ ਜਿਹਾ ਕਿਤੇ ਖਿਆਲ ਕਰੀਏ, ਦਵਾਈਆਂ ਦਾ ਹਿਸਾਬ ਕਿਤਾਬ ਕੱਢ ਕੇ ਤੇ ਵੇਖਿਓ ਮੀਟਰ ਘੁੰਮਦਾ ਵੀ ਮਹੀਨੇ ਦੀ ਕਿੰਨੇ ਦੀ ਦਵਾਈ ਆਉਂਦੀ ਭਲਾ ਆਪਣੇ ਘਰ 'ਚ। ਤੋ ਇਸ ਕਰਕੇ ਇਹਨਾਂ ਗੱਲਾਂ ਦੇ ਵੱਲ ਮੈਂ ਤਾਂ ਅੱਜ ਥੋੜ੍ਹਾ ਜਿਹਾ ਹੋਇਆ, ਕਿਉਂਕਿ ਮੇਰੇ ਨਾਨਕ ਨੂੰ ਪਿਆਰ ਮਿਲਿਆ ਤੇ ਸਾਨੂੰ ਵੀ ਨਾਲ ਹੀ ਮਿਲਣਾ। ਇੱਕ ਰਾਏ ਬੁਲਾਰ ਨੇ ਆਖਿਆ, ਕਹਿੰਦੇ ਪਟਵਾਰੀ ਸਾਹਿਬ ਪਰਵਾਹ ਨਾ ਕਰੀ ਕਿਸੇ ਗੱਲ ਦੀ, ਮੈਂ ਬੈਠਾ ਏ, ਜਿੰਨਾ ਚਿਰ ਮੇਰੇ ਸਾਹ ਚੱਲਦੇ ਤੇਰੇ ਲਈ ਬੂਹੇ ਖੁੱਲੇ ਆ। ਹੱਥ ਜੋਰ ਤਪ ਤਾਲੂ, ਜਾਂ ਕੋ ਮਾਇਆ ਮੋਹ ਬਿਸਾਲੂ। ਕਹਿੰਦੇ ਹੱਥ ਜੋੜ ਕੇ ਕਹਿਣ ਲੱਗਾ, ਹੁਣ ਵੇਖਿਓ ਮੈਂ ਬਚਨ ਕਿਹਾ ਸੀ ਨਾ, ਮੈਂ ਔਰਾ ਬਣ ਜਾਂਦਾ। ਮਹਿਤਾ ਕਾਲਿਆਣ ਦਾਸ ਜਦੋਂ ਆਏ ਸੀ ਨਾ ਉਹਦੇ ਕੋ ਰਾਏ ਬੁਲਾਰ ਕੋ, ਉਦੋਂ ਮੱਥਾ ਸੜਿਆ ਤੇ ਲਾਲ ਪੀਲੇ, ਪਰ 5-7 ਮਿੰਟਾਂ 'ਚ ਹੀ ਮਹਿਤਾ ਕਲਿਆਣ ਦਾਸ ਦੇ ਉੱਤੇ ਇੰਨਾ ਕੁ ਪ੍ਰਭਾਵ ਪੈ ਗਿਆ ਨਾ ਰਾਏ ਬੁਲਾਰ ਦਾ, ਜਿਹੜਾ ਗੁਰੂ ਨੂੰ ਪਿਆਰ ਕਰਦਾ ਉਹ ਦੂਜੇ ਨੂੰ ਵੀ ਰੰਗ ਦਿੰਦਾ। ਤੁਸੀਂ ਮੰਨੋਗੇ ਇੱਦਾਂ ਦੇ ਬੰਦੇ ਜਿਹੜੇ ਕੈਨੀ ਸ਼ਰਾਬ ਪੀਣ ਵਾਲੇ, ਜਦੋਂ ਮਹਾਂਪੁਰਖਾਂ ਨੇ ਸਿਰ ਤੇ ਹੱਥ ਰੱਖਿਆ ਮੁੜ ਕੇ ਲਾਗੇ ਨਹੀਂ ਗਏ। ਮੰਨੋਗੇ ਤੁਸੀਂ, ਜਿਨ੍ਹਾਂ ਬੰਦਿਆਂ ਦੀਆਂ ਲੱਤਾਂ ਬਾਹਾਂ ਟੀਕਿਆਂ ਨਾਲ ਭਰੀਆਂ ਸੀ, ਲੋਕ ਕਹਿੰਦੇ ਸੀ ਨੇ ਮਰ ਜਾਣਾ, ਇੰਨਾ ਨਸ਼ਾ ਕਰਦਾ। ਕਿਸੇ ਰੱਬ ਦੇ ਪਿਆਰੇ ਨੇ ਅਰਦਾਸ ਕਰਤੀ, ਮੁੜ ਕੇ ਉਧਰ ਗਿਆ ਹੀ ਨਹੀਂ। ਇਹ 'ਚ ਕੋਈ ਸ਼ੱਕ ਨਹੀਂ, ਬੱਧੀਆਂ ਛਡਾ ਦਿੰਦੇ ਰੱਬ ਦੇ ਪਿਆਰੇ। ਕਰਨਾ ਕਰ ਮੁਝ ਕਰ ਸਰਬਾ ਹੈ, ਪਦਾਰਥ ਦੀਏ ਬਹੁ ਦਰਬਾ। ਕਹਿੰਦੇ ਮਹਿਤਾ ਕਲਿਆਣ ਚੰਦ ਦੇ ਹੱਥ ਜੁੜ ਗਏ, ਕਹਿੰਦੇ ਰਾਏ ਜੀ ਮਾਫ ਕਰਿਓ, ਗੁੱਸੇ 'ਚ ਕਹਿ ਲੈਣਾ, ਕੀ ਕਰਾਂ ਪਿਓ ਐ।
ਕਹਿਣ ਲੱਗੇ ਅੱਜ ਤੋਂ ਬਾਅਦ ਮੇਰੇ ਘਰ ਦੇ ਬੂਹੇ ਖੁੱਲੇ, ਜਦੋਂ ਮਰਜੀ ਆ ਜਾਇਆ ਕਰ। ਤੇਰੇ ਘਰ ਤੇ ਮੇਰੇ ਘਰ 'ਚ ਕੋਈ ਫਰਕ ਨਹੀਂ ਸਮਝਣਾ। ईशु वस्तु की कमी न मेरे, अनिक धाम तन मालिक मेरे। ਕਹਿੰਦੇ ਮੈਂ ਤੈਨੂੰ ਭਰਾ ਕਿਹਾ ਆਪਣਾ, ਕਿਸੇ ਨੂੰ ਭਰਾ ਕਹਿ ਲਈਏ ਐਵੇਂ ਨਹੀਂ। ਕਹਿੰਦੇ ਅੱਜ ਤੋਂ ਮੇਰੀ ਜਾਇਦਾਦ ਤੇ ਤੇਰੀ ਜਾਇਦਾਦ ਸਾਂਝੀ। ਜਾਂ ਮੈਂ ਜੇ ਲਿਖਾਉਣੀ ਤੇ ਲਿਖ ਵੀ ਦਿੰਨਾ ਤੇ ਲਿਖ ਕੇ ਵੀ ਦਿੱਤੀ, ਉਹ ਅੱਗੇ ਆਉਣਾ ਪ੍ਰਸੰਗ। ਕਹਿਣ ਲੱਗੇ ਅੱਜ ਤੋਂ ਬਾਅਦ ਤੇਰੀ, ਜਾਂ ਕਦੇ ਨਾਨਕ ਨੂੰ ਮਾਰੀ ਨਾ, ਗੁੱਸੇ ਨਾ ਹੋਈ, ਜੋ ਚਾਹੀਦਾ ਮੇਰੇ ਘਰ ਆ ਜਾ ਕਰ ਤੇ ਲੈ ਜਾ ਕਰ। ਭਗਤ ਮੁਦ ਨਿਤ ਚਿਤ ਚਿੰਤਾ, ਨਿਸ ਦਿਨ ਬੀਤੇ ਕਟੀ ਗੁਨੰਤਾ। ਇਸ ਕਰਕੇ ਕਹਿੰਦੇ ਹਨ ਕਿ ਤਦ ਵੀ ਪਿਆਰ ਦੇ ਵਿੱਚ, ਮੁਹੱਬਤ ਦੇ ਵਿੱਚ ਚਿੰਤਾ ਜਿਹੜੀ ਵੱਧ ਜਾਂਦੀ ਹੈ। ਨਾਨਕ ਕੀ ਕਰਤ ਵਡਾਈ, ਮੈਂ ਨਾਨਕ ਕੀਤੇ ਮਤ ਕੇ ਥਾਈ। ਕਹਿੰਦੇ ਠੀਕ ਆ ਰਾਏ ਜੀ, ਤੁਸੀਂ ਇੰਨਾ ਪਿਆਰ ਕਰਦੇ, ਮੈਨੂੰ ਮਾਣ ਹੈ ਤੇਰੇ ਤੇ, ਪਰ ਮੇਰਾ ਦਿਲ ਪਤਾ ਨਹੀਂ ਕਿਉਂ ਨਹੀਂ ਮੰਨਦਾ ਵੀ ਗੁਰੂ ਨਾਨਕ 'ਚ ਮੈਂ ਤੇ ਇਦਾਂ ਦਾ ਕੁਝ ਵੇਖਿਆ ਨਹੀਂ ਜੋ ਤੂੰ ਵੇਖੀ ਜਾਣਾ। ਕਿਉਂਕਿ ਸ਼ਰਧਾ ਬਣਾਉਣੀ ਬੜੀ ਔਖੀ ਸੰਗਤ, ਤੇ ਸ਼ਰਧਾ ਤੋਂ ਬਿਨਾਂ ਤਾਂ ਕੋਈ ਰਿਸ਼ਤਾ ਵੀ ਨਹੀਂ ਦੁਨੀਆ ਤੇ ਹੈਗਾ। ਇਹ ਹੈਗਾ ਜੀ, ਜੇ ਆਪਾਂ ਨੂੰ ਇੱਕ ਦੂਜੇ ਤੇ ਯਕੀਨ ਨਹੀਂ ਤੇ ਕੋਈ ਪਤੀ ਪਤਨੀ ਥੋੜਾ ਆਪਾਂ, ਜੇ ਆਪਾਂ ਨੂੰ ਬੱਚਿਆਂ ਨੂੰ ਮਾਂ ਪਿਓ ਤੇ ਯਕੀਨ ਨਹੀਂ ਕੋਈ ਰਿਸ਼ਤਾ ਥੋੜਾ, ਘਰ ਨਰਕ ਬਣ ਜਾਂਦਾ। ਸ਼ਰਧਾ ਤਿੰਨਾਂ ਅੱਖਰਾਂ ਦਾ ਸ਼ਬਦ ਹੈ, ਸੱਸਾ ਰਾਰਾ ਤੇ ਧੱਤੇ ਨੂੰ ਕੰਨਾ। ਬਸ ਇਹਨਾਂ ਤਿੰਨਾਂ ਦੇ ਵਿੱਚ ਰੱਬ ਵਸਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਮਾਂ ਸੰਪੂਰਨ ਹੋ ਗਿਆ ਹੈ, ਤੋ ਸ਼ਰਧਾ ਦੀ ਬਾਤ ਤੇ ਆ ਕਰਕੇ ਪ੍ਰਸੰਗ ਜਿਹੜਾ ਹੈ ਥੋੜਾ ਜਿਹਾ ਸੰਪੂਰਨ ਹੋ ਜਾਣਾ ਹੈ। ਕੱਲ ਦੇ ਦੀਵਾਨ ਵਿੱਚ ਅੱਗੇ ਪ੍ਰਸੰਗ ਅਗਲਾ ਆਰੰਭ ਹੋਣਾ ਹੈ। ਅੱਜ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਅੱਜ ਸਾਰੀ ਕਥਾ ਸ਼ਰਧਾ ਦੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਆਪਾਂ ਵੀ ਦਰਸ਼ਨ ਕੀਤੇ ਤੇ ਰਾਏ ਜੀ ਨੇ, ਤੇ ਸਿੱਖਿਆ ਇਹ ਮਿਲਦੀ ਹੈ ਕਿ ਜਿਹੜਾ ਰੱਬ ਦਾ ਪਿਆਰਾ ਉਹਦੀ ਇੱਜ਼ਤ ਕਿੱਦਾਂ ਕਰਨੀ, ਉਹਦਾ ਸਤਿਕਾਰ ਕਿੱਦਾਂ ਕਰਨਾ, ਉਹਨੂੰ ਪਿਆਰ ਕਿੱਦਾਂ ਕਰਨਾ। ਕੋਈ ਕਮੀ ਨਹੀਂ ਆਉਂਦੀ ਸੰਗਤੇ, ਕੋਈ ਕਮੀ ਨਹੀਂ ਆਉਂਦੀ। ਕਿਉਂਕਿ ਇੱਕ ਦਿਨ ਮਰਦਾਨੇ ਨੇ ਆਖਿਆ ਸੀ, ਬਾਬਾ ਇੱਕ ਗੱਲ ਪੁੱਛਾਂ। ਮਾਰੇ ਕਹਿੰਦੇ ਪੁੱਛ ਵੀਰਾ। ਕਹਿੰਦੇ ਬਾਬਾ ਨਾ ਤੂੰ ਖਾਣਾ ਹੈ, ਨਾ ਤੂੰ ਪੀਣਾ ਹੈ, ਨਾ ਤੂੰ ਸੌਣਾ ਹੀ ਹੈ, ਤੇਰਾ ਗੁਜ਼ਾਰਾ ਕਿੱਦਾਂ ਹੁੰਦਾ? ਮੈਂ ਰੋਜ਼ ਤੇਰੇ ਨਾਲ ਰਹਿਣਾ ਹੈ। ਮਹਾਰਾਜ ਕਹਿੰਦੇ ਤੂੰ ਸੱਚ ਦੱਸੀ, ਕਿਸੇ ਨੂੰ ਦੱਸੇਗਾ ਤਾਂ ਨਾ। ਕਹਿੰਦੇ ਬਾਬਾ ਯਤਨ ਕਰੂੰਗਾ, ਵੈਸੇ ਮੈਨੂੰ ਪਚਦੀ ਨਹੀਂ ਹੁੰਦੀ। ਮਰਦਾਨਾ ਕਹਿੰਦਾ ਮੈਂ ਯਤਨ ਕਰ ਲੂੰਗਾ। ਬਾਬਾ ਕਹਿੰਦਾ ਫਿਰ ਕੰਨ ਲਾਗੇ ਕਰ। ਜਦੋਂ ਲਾਗੇ ਕੀਤਾ ਮਹਾਰਾਜ ਕਹਿੰਦੇ ਮੈਂ ਰੋਜ਼ ਖਾਣਾ ਵੀ ਹਾਂ, ਰੋਜ਼ ਪੀਣਾ ਵੀ ਹਾਂ ਤੇ ਸੌਣਾ। ਬਾਬਾ ਝੂਠ ਹੈ, ਮੈਂ ਤੇਰੇ ਨਾਲ ਰਹਿਣਾ ਹੈ। ਮਹਾਰਾਜ ਕਹਿੰਦੇ ਸੱਚ ਦੱਸਾਂ, ਜਦੋਂ ਕੋਈ ਕਿਸੇ ਨੂੰ ਦਾਨ ਕਰਦਾ ਨਾ, ਕਿਸੇ ਨੂੰ ਕੁਝ ਕੱਪੜਾ ਪ੍ਰਸ਼ਾਦਾ ਜਾਂ ਕਿਸੇ ਦੀ ਹੈਲਪ ਕਰਦਾ ਨਾ, ਉਹ ਜਦੋਂ ਦਿਲੋਂ ਕਰਦਾ ਹੈ ਤੇ ਉਹ ਮੈਨੂੰ ਆਪੇ ਹੀ ਪਹੁੰਚ ਜਾਂਦੀ, ਉਹਦੇ ਨਾਲ ਮੇਰਾ ਢਿੱਡ ਭਰ ਜਾਂਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰ ਦੇ ਭੁੱਖੇ ਨੇ ਭਾਈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ।